पुरख भगवान दासन दास कह जन नानक जेहा तू कराए है तेहा हो करी वख्यान। हमें दृष्ट शुभ करै हरै अग पाप सकल मल काम क्रोध हर लोभ मोह वस करै सबै बल। सदा सुख मन वसै दुख संसार खोवै गुरु नव निद दरिया। जन्म हम कालख तो सुकहो टल गुर सेविय अहनिस सहज सुभाए। दर्शन परसै गुरु का जन्म मरण दुख जाए। दर्शन परसै गुरु का जन्म मरण दुख जाए। सतनाम श्री वाहिगुरु साहिब जी। साजन संत करहो एह काम आन त्याग जपहो हर नाम। साजन संत करहो एह काम आन त्याग जपहो हर नाम। सिमर 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 सुख पावहो आप जपहो अवरह नाम जपावहो। भगत भाए तारिया संसार बिन भगति तन होसी छार। सरब कल्याण सुख निध नाम बूढ़त जात पाए विश्राम। सगल दुख का होवत नाश नानक नाम जपहो गुणतास। सगल दुख का होवत नाश नानक नाम जपहो गुणतास। वाहिगुरु जी का खालसा वाहिगुरु जी की फतेह। सच्चे पातशाह दीना बंधु किरपा दे सागर पतित पावन धन साहिब श्री गुरु ग्रंथ साहिब जी महाराज हजूर दी परम दया सदका
ਸਤ ਸੰਗਤ ਦੇ ਵਿੱਚ ਆਪਣੇ ਮਨ ਨੂੰ ਜੋੜ ਕਰਕੇ ਜੀਵਨ ਦੇ ਸਵਾਸਾਂ ਦਾ ਆਪ ਜੀ ਲਾਹਾ ਲੈ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਤਿਯੁਗ ਦੀ ਇਹ ਪਵਿੱਤਰ ਨਗਰੀ ਹਜੂਰ ਨੇ 10ਵੇਂ ਜਾਮੇ ਵਿੱਚ ਸਤਿਗੁਰਾਂ ਜੀ ਨੇ ਇੱਥੇ ਚਰਨ ਪਾਏ। 14 ਮਹੀਨੇ ਦਾ ਸਮਾਂ ਚੋਜੀ ਪਾਤਸ਼ਾਹ ਨੇ ਆਪਣੇ ਉਸ ਸਰਗੁਣ ਸਰੂਪ ਵਿੱਚ ਇੱਥੇ ਦਰਸ਼ਨ ਬਖਸ਼ ਕੇ ਮਹਾਰਾਜ ਜੀ ਨੇ ਨਿਹਾਲ ਕੀਤਾ। ਖਾਲਸੇ ਦੇ ਬਹੁਤ ਸਾਰੇ ਪ੍ਰਸ਼ਨਾਂ ਦੇ ਹਜੂਰ ਉੱਤਰ ਦਿਆ ਕਰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 52 ਹੁਕਮ ਵੀ ਸਤਿਗੁਰਾਂ ਜੀ ਨੇ ਇੱਥੇ ਹੀ ਆਪਣੇ ਖਾਲਸੇ ਦੇ ਤਾਈਂ ਬਖਸ਼ਿਸ਼ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਖਾਲਸਾ ਧਰਮ ਸ਼ਾਸਤਰ ਵਿੱਚ ਜ਼ਿਕਰ ਆਉਂਦਾ ਹੈ ਕਿ ਹਜੂਰ ਦੇ ਕੋਲ ਕੋਈ ਵਕਾਰੀ ਆਉਂਦਾ ਸੀ ਤੇ ਉਸ ਦੇ ਚਿਹਰੇ ਦਾ ਵੀ ਰੰਗ ਕਾਲਾ ਪੈ ਜਾਂਦਾ ਸੀ। ਇੱਕ ਵਾਰੀ ਕਿਸੇ ਔਰਤ ਨੂੰ ਇਸ ਤਰ੍ਹਾਂ ਵਰਤਿਆ ਭਾਣਾ। ਸੰਗਤ ਨੇ ਪੁੱਛਿਆ, ਮਹਾਰਾਜ ਕਹਿੰਦੇ ਭਾਈ ਸਰੀਰ ਕਰਕੇ ਵਜਰ ਕੁਰੈਤ ਜੇ ਕੋਈ ਕਰਦਾ ਤੇ ਸਾਡੇ ਨੇੜੇ ਆਉਂਦਿਆਂ ਹੀ ਉਸ ਦੇ ਚਿਹਰੇ ਦਾ ਵੀ ਰੰਗ ਕਾਲਾ ਪੈ ਜਾਂਦਾ। ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇੰਨੀ ਪਵਿੱਤਰਤਾ ਹੁੰਦੀ। ਉਹਨਾਂ ਨੇ ਫਿਰ ਝੁਕ ਕੇ ਮਾਫੀ ਮੰਗੀ। ਸਤਿਗੁਰਾਂ ਜੀ ਨੇ ਨਾਮ ਦੇ ਜਪਣ ਦਾ ਉਪਦੇਸ਼ ਮਹਾਰਾਜ ਬਖਸ਼ਿਸ਼ ਕੀਤਾ। ਪੂਰੇ ਗੁਰੂ ਜੀ ਦੇ ਦਰਸ਼ਨ ਹੀ ਸਾਰੀਆਂ ਮੈਲਾਂ ਧੋ ਦਿੰਦੇ। ਕਿੱਡੇ ਕਿੱਡੇ ਪਾਪੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਪਾਵਨਤਾ ਨੂੰ ਪਾ ਕੇ ਮਨੁੱਖਾ ਜਨਮ ਸਫਲਾ ਕਰ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਨ੍ਹਾਂ ਨੇ ਗੁਰਮੰਤਰ ਲਿਆ, ਸਿੱਖੀ ਧਾਰਨ ਕੀਤੀ ਹੈ ਤੇ ਹਜੂਰ ਦੇ ਨਾਲ ਪਿਆਰ ਕਰਦੇ ਹੈ, ਉਹਨਾਂ ਦੇ ਮੁਕਤ ਹੋਣ ਵਿੱਚ ਕੀ ਸੰਸਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਆਪ ਆਪਣੀ ਦ੍ਰਿਸ਼ਟੀ ਮਾਤਰ ਸੇ ਹੀ ਨਿਹਾਲ ਕਰ ਦਿੰਦੇ ਹੈ, ਐਸੇ ਸਮਰੱਥ ਗੁਰੂ ਦੇ ਸਿੱਖ ਹੋਣ ਦਾ ਸਾਨੂੰ ਮਾਣ ਹੈ। ਸੱਚੇ ਪਾਤਸ਼ਾਹ ਜੀ ਇਸ ਪਾਵਨ ਧਰਤੀ ਤੇ ਹਜੂਰ ਨੇ ਬੜੇ ਭਾਗ ਲਾਏ। ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਤਖਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸਾਰੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਦਾ ਕੌਤਕ ਵੀ ਇਸ ਪਾਵਨ ਅਸਥਾਨ ਤੇ ਮਹਾਰਾਜ ਜੀ ਨੇ ਵਰਤਾਇਆ। ਐਸਾ ਸ਼ਕਤੀ ਭਰਪੂਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਦੇ ਗੁਰਸਿੱਖ ਚਾਅ ਨਾਲ ਦਰਸ਼ਨ ਦੀਦਾਰ ਕਰਦੇ। ਦੁਨੀਆ ਭਰ ਤੋਂ ਸਿੱਖੀ ਐਂ ਚਲੀ ਆਉਂਦੀ ਹੈ ਜਿਵੇਂ ਨਦੀਆਂ ਸਮੁੰਦਰ ਵੱਲ ਨੂੰ ਆਪਣਾ ਰਾਹ ਬਣਾਉਂਦੀਆਂ, ਇੱਕ ਰਸ ਰਾਤ ਦਿਨ ਵਗਦੀਆਂ ਰਹਿੰਦੀਆਂ। ਜੇ ਕੋਈ ਸਰੀਰ ਕਰਕੇ ਨਹੀਂ ਵੀ ਆ ਸਕਦਾ, ਉਹਦੀ ਬਿਰਤੀ ਦਾ ਪ੍ਰਵਾਹ ਚੱਲਦਾ ਹੋਇਆ ਉਹਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਲੈ ਆਉਂਦਾ। ਇਹ ਪ੍ਰੀਤ ਦੀ ਰੀਤ ਹੈ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪਣਾ ਪਿਆਰ ਹਜੂਰ ਲਾਉਂਦੇ ਹੈ, ਭਾਵੇਂ ਕਿਤੇ ਸੰਸਾਰ 'ਚ ਬੈਠੇ ਹੈ, ਹਜੂਰ ਦੇ ਦਰਬਾਰ ਦੀ ਆਉਂਦੀ ਆਵਾਜ਼ ਜਦੋਂ ਆਪਣੇ ਕੰਨਾਂ ਵਿੱਚ ਸੁਣਦੇ ਹੈ, ਉਹ ਫਿਰ ਉਸ ਦੇਸ਼ ਕਾਲ ਨੂੰ ਛੱਡ ਕੇ ਸਤਿਗੁਰੂ ਜੀ ਦੇ ਹੀ ਕੋਲ ਪਹੁੰਚ ਜਾਂਦੇ ਆ। ਕਿਉਂਕਿ ਜਿੱਥੇ ਪ੍ਰੀਤ ਦੀ ਡੋਰ ਲੱਗੀ ਹੁੰਦੀ ਹੈ ਨਾ, ਉੱਥੇ ਮਨ ਚਲਿਆ ਜਾਂਦਾ ਹੈ ਤੇ ਫਿਰ ਸਰੀਰ ਭਾਵੇਂ ਕਿਤੇ ਹੋਵੇ, ਮਨ ਕਰਕੇ ਹਾਜ਼ਰੀ ਲੱਗਦੀ ਹੈ। ਜਿਵੇਂ ਸਤਿਗੁਰਾਂ ਜੀ ਨੇ ਕਿਹਾ ਸੀ, ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਤੱਖ ਹਜੂਰ ਨੇ ਸਾਰੇ ਕੌਤਕ ਵਰਤਾ ਕੇ ਦਿਖਾਏ। ਰਾਸ ਵੇਖਣ ਗਏ ਜਿਹੜੇ ਸੀ ਚਿੰਤਾ ਵਿੱਚ ਇਹੀ ਰਹੇ ਕਿ ਮਹਾਰਾਜ ਨੂੰ ਪਤਾ ਲੱਗ ਜਾਣਾ, ਮਨ ਕਰਕੇ ਹਜੂਰੀ 'ਚ ਹੀ ਰਹੇ। ਜਿਹੜੇ ਕੋਲ ਪਹਿਰਾ ਦਿੰਦੇ ਰਹੇ ਤੇ ਸੋਚਦੇ ਰਹੇ ਕਿ ਰਾਸ ਬੜੀ ਮੌਜਾਂ ਲੈਂਦੇ ਹੋਣੇ ਆ ਤੇ ਐਵੇਂ ਮਹਾਰਾਜ ਤਾਂ ਜਾਗੇ ਨਹੀਂ ਤੇ ਐਵੇਂ ਇੱਥੇ ਰਹੇ, ਅਸੀਂ ਵੀ ਮੌਜ ਮੇਲਾ ਵੇਖ ਆਉਂਦੇ। ਤੇ ਸਤਿਗੁਰਾਂ ਜੀ ਨੇ ਫਿਰ ਸਜੇ ਦਰਬਾਰ 'ਚ ਆਖਿਆ ਸੀ, ਭਾਈ ਜਿਹੜੇ ਤੁਸੀਂ ਹਾਜ਼ਰੀ ਦਿੰਦੇ ਰਹੇ ਹੋ ਨਾ, ਗੈਰ ਹਾਜ਼ਰੀ ਰਹੇ ਹੋ।
ਰਾਸ ਹੀ ਵਹਿੰਦੇ ਰਹੇ ਹੋ ਸਾਰੀ ਰਾਤ। ਜਿਹੜੇ ਰਾਸ ਵਹਿੰਦੇ ਰਹੇ, ਮਹਾਰਾਜ ਨੇ ਕਿਹਾ ਭਾਈ ਤੁਸੀਂ ਤਾਂ ਹਾਜ਼ਰ ਹੀ ਰਹੇ ਸਾਡੇ ਕੋਲ, ਕਿਉਂਕਿ ਉਹਨਾਂ ਨੂੰ ਚਿੰਤਾ ਹੀ ਲੱਗੀ ਰਹੀ ਕਿ ਮਹਾਰਾਜ ਜਾਗ ਕੇ ਪਤਾ ਲੱਗ ਜਾਣਾ। ਤੇ ਹਜੂਰ ਦੇ ਵਿੱਚ ਸੁਰਤ ਟਿਕੀ ਰਹੀ। ਭਾਵੇਂ ਦੁਨੀਆ ਦੇ ਕਿੰਨੇ ਮੌਜ ਮੇਲੇ ਵੇਖੇ, ਪਰ ਸਾਧ ਸੰਗਤ ਜੀ ਜਿਹਦਾ ਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿੱਚ ਜੁੜਿਆ ਰਹਿੰਦਾ ਨਾ, ਉਹਦਾ ਫਿਰ ਮੌਜ ਮੇਲਿਆਂ ਵਿੱਚ ਚਿੱਤ ਨਹੀਂ ਪਰਚਦਾ। ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਉਠਾਏ, ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਏ। ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਉਹਨਾਂ ਨੂੰ ਸਾਰਾ ਸੰਸਾਰ ਉਜਾੜ ਹੀ ਹੈ। ਜਿੱਥੇ ਮਰਜੀ ਬੈਠੇ ਹੈ, ਜਦੋਂ ਪ੍ਰੀਤ ਨਾਲ ਚਿੱਤ ਜੁੜ ਜਾਂਦਾ ਨਾ, ਉਹ ਫਿਰ ਹਾਜ਼ਰ ਹੋ ਜਾਂਦੇ। ਜਿੱਥੇ ਜਿੱਥੇ ਵੀ ਸੰਸਾਰ ਦੇ ਅੰਦਰ ਵਿਚਰਦੇ ਹੈ, ਵਾਹਿਗੁਰੂ ਜੀ ਦਾ ਪਿਆਰ ਉਹਨਾਂ ਨੂੰ ਸਦਾ ਹੀ ਇੱਕ ਰਸ ਇਹੋ ਜਿਹੇ ਆਨੰਦ ਵਿੱਚ ਮਗਨ ਰੱਖਦਾ ਹੈ ਕਿ ਸੰਸਾਰ ਦੇ ਦੁੱਖ ਨਹੀਂ ਪਾਉਂਦੇ, ਸਰੀਰ ਦੇ ਦੁੱਖ ਨਹੀਂ ਪਾਉਂਦੇ। ਸਾਰੇ ਸੰਸਾਰ ਦੇ ਅੰਦਰ ਰਹਿੰਦਿਆਂ ਵਿਚਰਦਿਆਂ ਰਸਾਂ ਨੂੰ ਭੋਗਦਿਆਂ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਹੈ। ਸੱਚੇ ਪਾਤਸ਼ਾਹ ਜੀ ਦੀ ਐਸੀ ਕਲਾ ਵਰਤਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਐਸੇ ਮਹਾਨ ਪਵਿੱਤਰ ਦਰਬਾਰ ਦੇ ਅੰਦਰ ਆਪ ਸੰਗਤ ਵਿੱਚ ਜੁੜੇ ਹੋ। ਰੋਜ਼ ਦੇ ਸਤਸੰਗੀ, ਕਥਾ ਦੇ ਸੁਣਨ ਦੇ ਪ੍ਰੇਮੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਸੱਜ ਬੈਠੇ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਗੁਰਸਿੱਖਾਂ ਦੇ ਨਿਤਨੇਮ ਦੀ ਬਾਣੀ, ਇੰਨੀ ਸੁਖੈਨ ਹਜੂਰ ਨੇ ਬਾਣੀ ਸਰਲ ਰਚੀ ਹੈ ਕਿ ਇਹ ਜਦੋਂ ਗੁਰਸਿੱਖ ਅਭਿਆਸ ਕਰਦੇ ਆ ਨਾ, ਤੇ ਸਵਾਸਾਂ ਵਿੱਚ ਉਤਰ ਜਾਂਦੀ ਹੈ ਬਾਣੀ। ਸੁੱਤੇ ਪਿਆਂ ਵੀ ਧੰਨ ਹੋ ਗੁਰਸਿੱਖ ਜਿਹੜੇ ਸੁਖਮਨੀ ਸਾਹਿਬ ਦੇ ਕਈ ਕਈ ਪਾਠ ਕਰ ਦਿੰਦੇ। ਸੁੱਤੇ ਪਿਆਂ, ਜਾਗਦਿਆਂ ਹੋਇਆਂ ਜਿਹੜੇ ਚਿੱਤ ਜੋੜ ਕਰਕੇ ਜਪਦੇ ਰਹਿੰਦੇ ਆ ਨਾ, ਉਹ ਸੁੱਤੇ ਪਿਆਂ ਵੀ ਜੇ 5 ਘੰਟੇ ਦੀ ਨੀਂਦ ਹੈ, 6 ਘੰਟੇ ਦੀ ਨੀਂਦ ਹੈ, ਵੇਖ ਲਓ ਫਿਰ ਸੁਖਮਨੀ ਸਾਹਿਬ ਦੇ ਉਨੇ ਹੀ ਪਾਠ ਕਰ ਲੈਣੇ ਆ। ਇਹ ਸਵਾਸਾਂ ਵਿੱਚ ਉਤਰ ਜਾਂਦੀ ਹੈ। ਪਰ ਆਪੂ ਨਹੀਂ, ਇਹ ਤਾਂ ਸਤਿਗੁਰੂ ਜੀ ਦੇ ਤੇ ਤਰਸ ਕਰਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜਿਹਦੇ ਉੱਤੇ ਰਹਿਮਤ ਬਖਸ਼ਿਸ਼ ਧਰਦੇ ਹੈ, ਉਹਦੇ ਰੋਮ ਰੋਮ ਵਿੱਚ ਬਾਣੀ ਵਸ ਜਾਂਦੀ ਹੈ। ਪ੍ਰੇਮ ਦੀ ਅਸਚਰਜ ਖੇਡ ਵਰਤਦੀ ਹੈ। ਸੱਚੇ ਪਾਤਸ਼ਾਹ ਜੀ ਇਹ 20ਵੀਂ ਅਸ਼ਟਪਦੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਧ ਸੰਗਤ ਜੀ ਉਚਾਰਨ ਕੀਤੀ ਹੈ ਤੇ ਨਾਮ ਦੀ ਜਾਚਨਾ ਕਰਨ ਦੀ ਸਾਨੂੰ ਜਾਚ ਦੱਸੀ ਹੈ ਕਿ ਹੇ ਗੁਰਸਿੱਖੋ, ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਕਿ ਮਹਾਰਾਜ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਸੱਚੇ ਪਾਤਸ਼ਾਹ ਬਹੁਤ ਜੁਗ ਫਿਰਦਿਆਂ ਫਿਰਦਿਆਂ ਹਾਰ ਗਿਆ ਹਾਂ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਹੁਣ ਮਿਲਣ ਦੀ ਵਾਰੀ ਹੈ, ਹੁਣ ਨਹੀਂ ਸਿਮਰੇਂਗਾ ਤੇ ਕਦੋਂ ਸਿਮਰੇਂਗਾ। ਇਹ ਨਿਯਮ ਹੈ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਤੂੰ ਸਿਮਰਨ ਕਰ। ਬਖਸ਼ਿਸ਼ ਜਿਹੜੀ ਹੈ ਨਾ, ਉਹ ਨਿਰੰਕਾਰ ਦੇ ਹੱਥ ਵਿੱਚ ਹੈ। ਜਿਸ ਦਿਨ ਤੇਰਾ ਮਾਣ ਛੁੱਟ ਗਿਆ ਨਾ ਸਿਮਰਨ ਕਰਦੇ ਦਾ, ਉਦਣ ਹੀ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਦਾ ਬੂਹਾ ਖੁੱਲ ਜਾਏਗਾ, ਸਭ ਕੁਝ ਪ੍ਰਾਪਤ ਹੋ ਜਾਏਗਾ। ਪਰ ਤੇਰਾ ਮਾਣ ਨਹੀਂ ਛੁੱਟਦਾ, ਸਿਮਰਨ 'ਚ ਤੇਰਾ ਚਿੱਤ ਨਹੀਂ ਜੁੜਦਾ। ਨੁਕਸ ਤੂੰ ਮਹਾਰਾਜ ਵਿੱਚ ਕੱਢਦਾ ਹੈ, ਨੁਕਸ ਤੇਰੇ ਆਪਣੇ ਮਨ ਦੀ ਵਕਾਰੀ ਬਿਰਤੀ ਵਿੱਚ ਹੈ, ਨੁਕਸ ਤੇਰੀ ਸੁਰਤ ਦੇ ਅੰਦਰ ਹੈ ਜਿਹੜੀ ਅਜੇ ਤੱਕ ਭਜਨ ਵਿੱਚ ਨਹੀਂ ਜੁੜ ਪਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਇਹ ਮੰਗਣਾ ਚਾਹੀਦਾ ਤੇ ਹਜੂਰ ਸਾਨੂੰ ਮੰਗਤੇ ਬਣ ਕੇ ਮੰਗਣ ਦੀ ਤਾਕੀਦ ਕਰਦੇ ਆ ਕਿ ਪਹਿਲਾਂ ਤਾਂ ਇਹ ਬੇਨਤੀ ਕਰਨੀ ਮਹਾਰਾਜ ਦੇ ਅੱਗੇ ਕਿ ਮਹਾਰਾਜ ਬੜੇ ਜਨਮਾਂ ਵਿੱਚ ਮੈਂ ਫੇਰ ਆਇਆ ਹਾਂ, ਹੁਣ ਮਹਾਰਾਜ ਮਨੁੱਖਾ ਜਨਮ ਮਿਲਿਆ ਤੇ ਪਰਿਆ ਤਉ ਸਰਨ ਆਏ। ਵੱਡੇ ਭਾਗ ਕੇ ਤੁਹਾਡੀ ਸ਼ਰਨ ਪੈ ਗਏ। ਸੱਚੇ ਪਾਤਸ਼ਾਹ ਮਹਾਰਾਜ ਸਾਡੀ ਤਾਂ ਹੁਣ ਇਹ ਬੇਨਤੀ ਹੈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਸਾਨੂੰ ਆਪਣੀ ਭਗਤੀ 'ਚ ਲਾ ਲਓ। ਜਦੋਂ ਅਸੀਂ ਕੰਮਾਂ ਦੀ ਤਮਾ ਨਾਲ ਕੁਝ ਨਾ ਕੁਝ ਮੰਗਦੇ ਰਹਿੰਦੇ ਹਾਂ, ਉਹ ਤਾਂ ਸੰਸਾਰ ਦੀਆਂ ਤੁੱਛ ਲੋੜਾਂ ਸਾਡੀਆਂ ਮਹਾਰਾਜ ਵਾਸਤੇ ਕੁਝ ਮਾਇਨੇ ਨਹੀਂ ਰਖਾਉਂਦੀਆਂ।
ਉਹ ਤਾਂ ਪਰਰਬਦ ਮੁਤਾਬਕ ਸਾਨੂੰ ਮਿਲਦੀਆਂ ਹੀ ਰਹਿੰਦੀਆਂ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਤਰਸ ਕਰਕੇ ਦਿੰਦੇ ਰਹਿੰਦੇ ਐ। ਪਰ ਮਹਾਰਾਜ ਕਹਿੰਦੇ ਐ ਹਾਰ ਜਾਏਗਾ ਮਨੁੱਖਾ ਜਨਮ ਜੇ ਤੂੰ ਨਾਮ ਨਾ ਜਪ ਸਕਿਓ ਤਾਂ। ਨਾਮ ਦਾ ਧਨ ਆਪਣੇ ਪੱਲੇ ਪਾ ਲੈ। ਜਾਚਕ ਜਨ ਜਾਚੈ ਪ੍ਰਭ ਦਾਨ। ਜਾਚਕ ਬਣ ਕੇ ਵਾਹਿਗੁਰੂ ਨੂੰ ਕਹੋ ਮਹਾਰਾਜ ਮੈਂ ਮੰਗਤਾ ਤੇਰੇ ਦਰ ਤੇ ਆ ਗਿਆ, ਭੁਖਾਰੀ ਆ ਗਿਆ ਤੇਰੇ ਦਰ ਤੇ। ਮਹਾਰਾਜ ਤੂੰ ਸਮਰੱਥ ਦਾਤਾ ਏ, ਆਪਣੇ ਦਰ ਤੋਂ ਹੁਣ ਖਾਲੀ ਨਾ ਮੋੜੀ, ਕਿਉਂਕਿ ਇਹ ਦਰ ਐਸਾ ਹੈ ਇਥੋਂ ਸਭ ਵਰਸੋ ਜਾਂਦੇ, ਕੋਈ ਖਾਲੀ ਨਹੀਂ ਜਾਂਦਾ ਗੁਰੂ ਨਾਨਕ ਸਾਹਿਬ ਦੇ ਦਰ ਤੋਂ, ਕਿਉਂਕਿ ਸਮਰੱਥ ਸਤਿਗੁਰੂ ਦਾ ਦਰ ਹੈ। ਸੱਚੇ ਪਾਤਸ਼ਾਹ ਜੀ ਦੇ ਅੱਗੇ ਇਉਂ ਅਰਜ਼ੋਈ ਕਰਨੀ, ਬੇਨਤੀ ਕਰਨੀ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਸ ਦੇ ਝੋਲੀ ਵਿੱਚ ਗਰੀਬ ਨਵਾਜ ਜੀ ਖੈਰ ਪਾਉਂਦੇ ਆ, ਨਾਮ ਦੀ ਸੱਚੇ ਪਾਤਸ਼ਾਹ ਜੀ ਦਾਤ ਪਾਉਂਦੇ ਆ। ਹਜ਼ੂਰ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਇਹ ਜਾਚ ਦੱਸਦੇ ਆ ਕਿ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਮਹਾਰਾਜ ਆਪਣਾ ਨਾਮ ਦੇ ਦਿਓ। ਮਹਾਰਾਜ ਜੀ ਨਾਮ ਨਿਮਰਤਾ ਬਿਨਾਂ ਨਹੀਂ ਅੰਦਰ ਟਿਕਦਾ, ਇਸ ਕਰਕੇ ਇਹ ਵੀ ਦਾਤ ਦਿਓ ਕਿ ਸਾਧ ਜਨਾਂ ਕੀ ਮੰਗੋ ਧੂੜ। ਮੈਂ ਆਪ ਦੇ ਸਾਧੂ ਜਨਾਂ ਦੇ ਸੰਗਤਾਂ ਦੇ ਚਰਨਾਂ ਦੀ ਧੂੜ ਮੰਗਦਾ। ਸੱਚੇ ਪਾਤਸ਼ਾਹ ਸਾਰੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗ ਜਾਵੇ। ਮੇਰੇ ਏਡੇ ਚੰਗੇ ਨਸੀਬ ਹੋਣ ਕਿ ਮੈਨੂੰ ਸੰਗਤ ਦੀ ਸੇਵਾ ਮਿਲ ਜਾਵੇ। ਜਿੱਥੇ ਗੁਰਸਿੱਖ ਭਜਨ ਕਰਦੇ ਐ, ਬੈਠ ਕੇ ਕੀਰਤਨ ਗਾਉਂਦੇ ਐ, ਆਪ ਦੀ ਕਥਾ ਕੀਰਤਨ ਦਾ ਲਾਹਾ ਲੈਂਦੇ ਐ, ਮਹਾਰਾਜ ਉਸ ਸੰਗਤ ਦੀ ਮੈਨੂੰ ਸੇਵਾ ਮਿਲ ਜਾਵੇ ਤੇ ਮੇਰੇ ਵੱਡੇ ਭਾਗ ਹੋਣਗੇ। ਇਹ ਮਹਾਰਾਜ ਮੈਨੂੰ ਨਿਮਰਤਾ ਵੀ ਬਖਸ਼ੋ ਕਿ ਮੇਰੇ ਅੰਦਰ ਆਪ ਜੀ ਦਾ ਨਾਮ ਸੱਚੇ ਪਾਤਸ਼ਾਹ ਜੀ ਟਿਕ ਜਾਵੇ। ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। हे ਵਾਹਿਗੁਰੂ ਇਹ ਮੇਰੀ ਸ਼ਰਧਾ ਹੈ, ਇਹ ਮੇਰੀ ਅਰਦਾਸ ਹੈ, ਆਪ ਕਿਰਪਾ ਕਰਕੇ ਪੂਰੀ ਕਰ ਦਿਓ। ਤੇ ਸੇਵਾ ਕਰਦਿਆਂ ਕਦੇ ਮਾਣ ਨਾ ਕਰਾਂ, ਸਦਾ ਸਦਾ ਪ੍ਰਭ ਕੇ ਗੁਣ ਗਾਵੋ। हे ਪ੍ਰਭੂ ਤੇਰੇ ਗੁਣ ਹੀ ਸਦਾ ਵਾਸਤੇ ਮੈਂ ਆਪਣੀ ਰਸਨਾ ਤੋਂ ਗਾਉਂਦਾ ਰਹਾ। ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਕਿ ਸਵਾਸ ਸਵਾਸ ਤੁਹਾਨੂੰ ਧਿਆਵਾਂ, ਚਰਨਾਂ ਕਮਲਾਂ ਨਾਲ ਮੇਰੀ ਪ੍ਰੀਤ ਲੱਗ ਜਾਵੇ। ਮਹਾਰਾਜ ਸਦਾ ਨਿਤਾ ਪ੍ਰਤੀ ਭਗਤੀ ਵਿੱਚ ਜੁੜਿਆ ਰਹਾ, ਇੱਕ ਮਨ ਕਰਕੇ ਸਰੀਰ ਕਰਕੇ ਆਪ ਦੀ ਓਟ ਤੇ ਆਧਾਰ ਆਸਰਾ ਬਣ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਇਹ ਸਾਰ ਵਸਤੂ ਹੈ ਵਾਹਿਗੁਰੂ ਦਾ ਨਾਮ। ਗੁਰਸਿੱਖੋ ਇਹ ਮੰਗ ਲਓ ਪਰਮੇਸ਼ਰ ਤੋਂ, ਮੰਗ ਲਓ ਪੂਰੇ ਗੁਰੂ ਜੀ ਤੋਂ। ਸਾਧ ਸੰਗਤ ਜੀ ਹੋਰ ਚੀਜ਼ਾਂ ਭਗਤ ਜਾਣਦੇ ਆ ਪਰ ਰੱਬ ਦੇ ਨਾਲ ਮਿਲਦੀਆਂ ਹੀ ਜਾਂਦੀਆਂ, ਮਿਲਦੀਆਂ ਹੀ ਜਾਂਦੀਆਂ, ਪਰ ਨਾਮ ਦੀ ਦਾਤ ਬੜੀ ਦੁਰਲੱਭ ਹੈ। ਦੁਰਲੱਭੰ ਏਕ ਭਗਵਾਨ ਨਾਮ ਹੈ। ਸੱਚੇ ਪਾਤਸ਼ਾਹ ਕਹਿੰਦੇ ਦੁਰਲੱਭ ਹੈ ਇੱਕ ਵਾਹਿਗੁਰੂ ਦਾ ਨਾਮ, ਇਹ ਸਾਰ ਵਸਤੂ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਨਾਨਕ ਮੰਗੈ ਨਾਮ ਪ੍ਰਭ ਸਾਰ। ਇਹ ਸਾਰ ਵਸਤੂ ਜਿਹੜਾ ਨਾਮ ਹੈ ਉਹ ਮੰਗਦੇ ਹਾਂ। ਵਾਹਿਗੁਰੂ ਦੀ ਉਸਤਤ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਇੱਕ ਰਸ ਹੋ ਕਰਕੇ ਭਾਈ ਕਰੋ। ਵਾਹਿਗੁਰੂ ਜੀ ਦੇ ਨਾਮ ਰਸ ਨੂੰ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਪ੍ਰਾਪਤ ਕਰਦਾ, ਜਿਹੜਾ ਚੱਖ ਲੈਂਦਾ ਉਹ ਤ੍ਰਿਪਤ ਹੋ ਜਾਂਦਾ। ਪੂਰਾ ਪੁਰਖ ਫਿਰ ਉਹ ਨਹੀਂ ਡੋਲਦਾ ਜਿਹੜਾ ਨਾਮ ਦਾ ਰਸ ਚੱਖ ਲੈਂਦਾ, ਲਵਾ ਲਵ ਪ੍ਰੇਮ ਨਾਲ ਭਰ ਜਾਂਦੇ ਆ। ਇਹ ਨਾਮ ਦੇ ਜਪਣ ਦਾ ਚਾਹ ਸਤਸੰਗਤ ਵਿੱਚੋਂ ਪ੍ਰਾਪਤ ਹੁੰਦਾ। ਜਿਹੜੇ ਸਾਰੇ ਹੋਰ ਆਸਰੇ ਤਿਆਗ ਕਰਕੇ ਮਹਾਰਾਜ ਦੀ ਸੰਗਤ ਦੀ ਸ਼ਰਨ ਪੈ ਗਏ ਆ ਨਾ, ਹਜੂਰ ਕਹਿੰਦੇ ਅੰਦਰ ਪ੍ਰਗਾਸ ਅੰਦਨ ਲਿਵ ਲਾਗ, ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਰਾਤ ਦਿਨ ਲਿਵ ਲੱਗ ਜਾਂਦੀ ਹੈ। ਵਡਭਾਗੀ ਹਨ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਵਾਹਿਗੁਰੂ ਨੂੰ ਜਪਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਇਹ ਨਾਮ ਦੇ ਨਾਲ ਸੁਖ ਗੁਰਸਿੱਖੋ ਪ੍ਰਾਪਤ ਹੁੰਦਾ। ਸੇਵਕਾਂ ਦੀ ਆਸਾ ਮੇਰਾ ਵਾਹਿਗੁਰੂ ਪੂਰੀ ਕਰ ਦਿੰਦਾ ਹੈ। ਸਤਿਗੁਰੂ ਜੀ ਤੋਂ ਇਹ ਨਿਰਮਲ ਮਤ ਪ੍ਰਾਪਤ ਕਰਕੇ ਗੁਰਸਿੱਖ ਨਿਹਾਲ ਹੁੰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸੇਵਕ ਨੂੰ ਇੰਨਾ ਨਿਹਾਲ ਕਰਦੇ ਵਾਹਿਗੁਰੂ, ਸਾਰੇ ਬੰਧਨਾਂ ਨੂੰ ਕੱਟ ਕੇ ਮੁਕਤ ਕਰ ਦਿੰਦੇ ਹੈ, ਆਜ਼ਾਦ ਕਰ ਦਿੰਦੇ ਆ ਵਾਹਿਗੁਰੂ ਜੀ। ਜੰਮਣ ਮਰਨ ਦਾ ਦੁੱਖ ਭਰਮ ਸਭ ਨਾਸ਼ ਹੋ ਜਾਂਦਾ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਜਿਹੜੀ ਜਗਿਆਸਾ ਕਾਲ ਸਮੇਂ ਇੱਛਾ ਹੁੰਦੀ ਹੈ ਨਾ, ਬਾਅਦ 'ਚ ਤਾਂ ਇੱਛਾ ਮਾਰੀ ਜਾਂਦੀਆਂ ਸਾਰੀਆਂ, ਪਰ ਜਿਹੜੀ ਜਗਿਆਸਾ ਕਾਲ ਸਮੇਂ ਇੱਛਾ ਹੈ ਉਹ ਵੀ ਪੂਰੀ ਹੋ ਜਾਂਦੀ ਹੈ। ਸਭ ਸਰਦਾ ਪੂਰੀ ਹੋ ਜਾਂਦੀ ਹੈ। ਰੱਬ ਦਾ ਹੋਇਆ ਪਰਮੇਸ਼ਰ ਸਭ ਥਾਵਾਂ ਦੇ ਉੱਤੇ ਦਿਸ ਆਉਂਦਾ ਹੈ। ਜਿਸ ਵਾਹਿਗੁਰੂ ਜੀ ਦਾ ਭਗਤ ਬਣਿਆ ਸੀ ਨਾ,
ਜਿਸ ਸਤਿਗੁਰੂ ਜੀ ਦੀ ਸਿੱਖੀ ਧਾਰਨ ਕੀਤੀ ਸੀ, ਜਿਸ ਕਾ ਸਾਹ ਤਿਨ ਲਿਆ ਮਿਲਾਏ, ਉਸ ਵਾਹਿਗੁਰੂ ਨੇ ਆਪਣੇ ਵਿੱਚ ਮੇਲ ਲਿਆ। ਨਾਨਕ ਭਗਤੀ ਨਾਮ ਸਮਾਏ। ਇਹ ਭਗਤੀ ਨਾਲ ਦਾਤ ਪ੍ਰਾਪਤ ਹੁੰਦੀ ਹੈ ਕਿ ਨਾਮ ਵਿੱਚ ਇੱਕ ਮਿਕ ਹੋ ਜਾਈਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਚੌਥੀ ਪੌੜੀ ਵਿੱਚ ਮਹਾਰਾਜ ਜੀ ਨੇ ਸਾਨੂੰ ਤਾਕੀਦ ਕੀਤੀ ਕਿ ਉਹ ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ। ਜਿਹੜਾ ਤੇਰਾ ਇੱਕ ਵਾਰੀ ਵੀ ਤੂੰ ਨਾਮ ਮੁਖ ਤੋਂ ਆਖਦਾ ਨਾ ਤੇ ਉਸ ਘਾਲ ਨੂੰ ਗਵਾਉਂਦਾ ਨਹੀਂ ਹੈ। ਤੂੰ ਇੱਕ ਕਦਮ ਚੱਲ ਕੇ ਸੰਗਤ ਵੱਲ ਨੂੰ ਤੁਰਦਾ ਨਾ ਤਾਂ ਉਹ ਤੇਰਾ ਇੱਕ ਪੁੱਟਿਆ ਕਦਮ ਵੀ ਗਵਾਉਂਦਾ ਨਹੀਂ ਹੈ। ਤੇਰੀ ਤਿਲ ਜਿੰਨੀ ਵੀ ਕੀਤੀ ਹੋਈ ਘਾਲਣਾ ਨੂੰ ਫਲ ਲਾਉਣ ਵਾਲਾ ਵਾਹਿਗੁਰੂ ਹੈ, ਉਹਨੂੰ ਕਿਉਂ ਭੁਲਾਉਣਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਜੀਵਨ ਦਾਨ ਦਿੱਤਾ ਹੈ, ਜੋ ਤੇਰਾ ਜਿੰਦ ਰੂਪ ਹੈ ਪਰਮੇਸ਼ਰ, ਉਹਨੂੰ ਭੁਲਾ ਨਾ। ਵੇਸ ਤੇਰੇ ਕੀਤੇ ਹੋ ਫੁਰਨਿਆਂ ਨੂੰ ਜਿਹੜਾ ਜਾਣਦਾ ਹੈ, ਉਹਨੂੰ ਕਿਉਂ ਵਿਸਾਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਐਸੇ ਪ੍ਰਭੂ ਨੂੰ ਵਿਸਾਰ ਕਰਕੇ ਤੇ ਜੀਵ ਖੁਆਰ ਹੁੰਦੇ ਐ। ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ। ਜਿਹੜਾ ਮਾਤਾ ਦੇ ਗਰਭ ਦੀ ਅਗਨ ਵਿੱਚ ਤੇਰੀ ਰੱਖਿਆ ਕਰਦਾ ਹੈ, ਇੱਥੇ ਨਹੀਂ ਕਰੇਗਾ, ਉਸ ਵਾਹਿਗੁਰੂ ਨੂੰ ਵਿਸਾਰ ਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਪੂਰੇ ਗੁਰੂ ਜੀ ਦੀ ਕਿਰਪਾ ਨਾਲ ਭਾਈ ਕੋਈ ਲੱਖਦਾ ਹੈ ਕਿ ਇੱਥੇ ਤੇ ਉੱਥੇ ਪਰਮੇਸ਼ਰ ਹੀ ਰੱਖਣ ਵਾਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਵਿਸ਼ਿਆਂ ਤੋਂ ਕੱਢ ਲੈਣ ਵਾਲਾ ਨਾ ਪਰਮੇਸ਼ਰ ਦਾ ਨਾਮ, ਜਨਮਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ ਗੰਢ ਲੈਣ ਵਾਲਾ ਪਰਮੇਸ਼ਰ ਦਾ ਨਾਮ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਨੂੰ ਜਪ ਲੈ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕਰਕੇ ਜਪਿਆ ਨਾ, ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਜਾਣ ਕਰਕੇ ਗੁਰਮੰਤਰ ਦਾ ਅਭਿਆਸ ਕੀਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ, ਸਾਰੀਆਂ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਇਹ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ। ਅੱਗੇ ਜਿਵੇਂ ਮਹਾਰਾਜ ਜੀ ਰਹਿਮਤ ਕਰਦੇ ਐ, ਇਕਾਗਰ ਚਿੱਤ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਜਨ ਸੰਤ ਕਰਹੁ ਇਹੋ ਕਾਮ। ਸੱਚੇ ਪਾਤਸ਼ਾਹ ਜੀ ਮਹਾਰਾਜ 20ਵੀਂ ਅਸ਼ਟਪਦੀ ਦੀ 5ਵੀਂ ਪੌੜੀ ਸਤਿਗੁਰੂ ਜੀ ਆਰੰਭਦੇ ਹੋਏ ਮਹਾਰਾਜ ਬਖਸ਼ਿਸ਼ ਕਰਦੇ ਆ, ਸਾਜਨ ਸੰਤ ਕਰਹੁ ਇਹੋ ਕਾਮ। ਮਹਾਰਾਜ ਕਹਿੰਦੇ ਭਾਈ ਸੱਜਣ ਇਹ ਸੰਤ ਜਨੋ, ਬਾਬਾ ਬੁੱਢਾ ਸਾਹਿਬ ਜੀ ਹੋਰ ਗੁਰਸਿੱਖ ਜੋ ਸਤਿਗੁਰੂ ਜੀ ਦੇ ਕੋਲ ਬੈਠਦੇ ਹਨ, ਸਤਿਗੁਰੂ ਜੀ ਤਖਤ ਤੇ ਸਜਦੇ ਐ, ਗੁਰਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੀਆਂ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਸਾਹਿਬ ਜੀ ਵਰਗੇ ਸੰਤਾਂ ਨੂੰ, ਮਹਾਂਪੁਰਖਾਂ ਨੂੰ, ਬ੍ਰਹਮ ਗਿਆਨੀਆਂ ਨੂੰ ਸੰਬੋਧਨ ਹੁੰਦੇ ਹੀ ਜਾਨੋ ਮਹਾਰਾਜ ਕਹਿੰਦੇ ਆ ਸਾਜਨ ਸੰਤ ਕਰੋ ਇਹੋ ਕਾਮ। ਇਹ ਇੱਕ ਵਿਸ਼ੇਸ਼ ਕੰਮ ਹੈ। ਮਹਾਰਾਜ ਕਹਿੰਦੇ ਭਾਈ ਸਾਰੇ ਸੱਜਣ ਇਹ ਸੰਤ ਜਨੋ ਕਰਨਾ ਕਰੋ। ਆਨ ਤਿਆਗ ਜਪਹੁ ਹਰ ਨਾਮ। ਆਨ ਜਿਹੜੀਆਂ ਹੋਰ ਕਿਰਿਆਵਾਂ ਹਨ ਉਹ ਸਾਰੀਆਂ ਤਿਆਗ ਕਰਕੇ ਜਪੋ ਹਰ ਨਾਮ। ਵਾਹਿਗੁਰੂ ਦੇ ਨਾਮ ਨੂੰ ਜਪ ਲਓ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ ਇਹਨੇ ਗੁਰਸਿੱਖੋ ਇਹ ਸਾਧੂ ਜਨੋ ਗੋਬਿੰਦ ਦੇ ਗੁਣ ਗਾ ਲਓ, ਵਾਹਿਗੁਰੂ ਦਾ ਨਾਮ ਜਪ ਲਓ, ਕਿਉਂਕਿ ਮਾਨਸ ਜਨਮ ਅਮੋਲਕ ਪਾਇਓ। ਇਹ ਮਨੁੱਖਾ ਜਨਮ ਬੜਾ ਅਮੋਲਕ ਪਾਇਆ ਹੈ। ਆਨ ਤਿਆਗ ਜਪੋ ਹਰ ਨਾਮ। ਆਨ ਹੋਰ ਜੋ ਕੁਝ ਵੀ ਮਨ ਨੇ ਪਕੜਿਆ ਹੋਇਆ, ਬਿਰਤੀ ਨੇ ਪਕੜਿਆ ਹੋਇਆ, ਇਸਤਰੀ ਮੋਹ ਨੇ ਜਕੜਿਆ, ਧਨ ਦੀ ਚੇਸ਼ਟਾ ਨੇ ਜਕੜਿਆ, ਆਨ ਤਿਆਗ। ਇਹ ਸਾਰਾ ਕੁਝ ਆਨ ਵਿੱਚ ਆਉਂਦਾ। ਹੋਰ ਜੋ ਕੁਝ ਤੂੰ ਮਨ ਵਿੱਚ ਗ੍ਰਹਿਣ ਕੀਤਾ ਹੋਇਆ ਸਿੱਟ ਦੇ ਇਸ ਨੂੰ। ਬਿਰਤੀ ਕਰਕੇ ਜੋ ਕੁਝ ਤੂੰ ਪਕੜਿਆ ਹੋਇਆ ਛੱਡ ਦੇ ਇਸ ਨੂੰ। ਆਨ ਤਿਆਗ। ਮਹਾਰਾਜ ਕਹਿੰਦੇ ਤਿਆਗ ਕਰ ਦੇ ਸਾਰਾ ਕੁਝ, ਜਪੋ ਹਰ ਨਾਮ।
ਘਿਓ ਦੇ ਘੜੇ ਕਿਉਂ ਨਾ ਮੂਧੇ ਹੋ ਜਾਣ, ਵਾਹਿਗੁਰੂ ਦਾ ਨਾਮ ਜਪਣਾ ਨਾ ਛੱਡ। ਜਿਹੜਾ ਸਾਧ ਸੰਗਤ ਜੀ ਕੰਮਾਂ ਦੀ ਤਮਾ ਵਿੱਚ ਪੈ ਕਰਕੇ ਹਰ ਵੇਲੇ ਕੰਮ ਹੀ ਲੱਗੇ ਰਹਿਣਾ ਤੇ ਵਾਹਿਗੁਰੂ ਦਾ ਨਾਮ ਨਾ ਜਪਣਾ, ਉਹ ਕੰਮ ਕਿਹੜੇ ਤੇਰਾ ਕੁਝ ਸਵਾਰ ਸਕਣਗੇ ਜਦੋਂ ਤੇਰਾ ਸਰੀਰ ਛੁੱਟ ਜਾਵੇਗਾ। ਫਿਰ ਕੀ ਕਰੇਗਾ? ਫਿਰ ਆਪਾਂ ਮਨ ਵਿੱਚ ਸੋਚਦੇ ਹਾਂ ਕਿ ਕੀ ਵਿਹਲੇ ਬਹਿ ਕੇ ਨਾਮ ਜਪੀ ਜਾਈਏ। ਜਦੋਂ ਨਾਮ ਵਿੱਚ ਸੁਰਤ ਲੱਗ ਜਾਂਦੀ ਹੈ ਨਾ, ਤੇ ਵੇਖੋ ਕਿਆ ਸੋਹਣਾ ਬਾਣੀ ਵਿੱਚ ਉਪਦੇਸ਼ ਹੈ, ਸਤਸੰਗੀ ਸੁਣਦੇ ਹੈ। ਜਦੋਂ ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਆਖਿਆ ਸੀ ਕਿ ਨਾਮਾ ਮਾਇਆ ਮੋਹਿਆ, ਕਹੈ ਤਲੋਚਨ ਮੀਤ, ਕਾਹੇ ਛੀਪੋ ਛਾਏ ਲੈ, ਰਾਮ ਨਾ ਲਾਵਹੁ ਚੀਤ। ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਇਹ ਸੰਵਾਦ ਹੈ ਦੋਹਾਂ ਭਗਤਾਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਤਰਲੋਚਨ ਭਗਤ ਜੀ ਨੇ ਆਖਿਆ, ਨਾਮਦੇਵ ਤੈਨੂੰ ਮਾਇਆ ਨੇ ਮੋਹ ਲਿਆ, ਤੂੰ ਚਾਦਰਾਂ ਦੇ ਉੱਤੇ ਫੁੱਲ ਬੂਟੇ ਛਾਪੀ ਜਾਣਾ ਹੈ ਤੇ ਰਾਮ ਦੇ ਨਾਮ ਨਾਲ ਚਿੱਤ ਕਿਉਂ ਨਹੀਂ ਜੋੜਦਾ? ਤੇ ਨਾਮਦੇਵ ਜੀ ਕਹਿੰਦੇ, ਕਿਹੜੇ ਫੁੱਲ ਬੂਟੇ ਮੈਂ ਮੂੰਹ ਨਾਲ ਛਾਪਦਾ, ਹੱਥਾਂ ਨਾਲ ਛਾਪ ਰਿਹਾ। ਹਾਥ ਪਾਉ ਕਰ ਕਾਮ ਸਭ, ਮਹਾਰਾਜ ਨੇ ਆਪਣੇ ਸਿੱਖ ਕਿਰਤੀ ਬਣਾਏ ਆ ਗਰੀਬ ਨਵਾਜ ਨੇ। ਤੇ ਫਿਰ ਦਸਵੰਧ ਕੱਢਦੇ ਐ, ਭੁੱਖੇ ਦਾ ਪੇਟ ਭਰਦੇ ਐ, ਸੁਤੇ ਹੀ ਕੰਮ ਉਹਨਾਂ ਦੇ ਹੱਥੋਂ ਹੋਈ ਜਾਂਦੇ ਆ, ਪਰ ਅੰਦਰ ਸੁਰਤ ਨਾਮ ਵਿੱਚ ਲੱਗੀ ਹੋਵੇ ਫਿਰ ਤਾਂ ਸਾਰੇ ਕੰਮ ਵੀ ਸਫਲੇ ਐ। ਪਰ ਜੇ ਕਰਕੇ ਕੰਮਾਂ ਦੀ ਤਮਾ ਚ ਪੈ ਕੇ ਨਾਮ ਭੁਲਾ ਛੱਡਿਆ, ਅਸੀਂ ਜਦੋਂ ਹੱਥਾਂ ਨਾਲ ਕੰਮ ਕਰਦੇ ਆ ਨਾ, ਉਦੋਂ ਬਿਰਤੀ ਚਿੱਤ ਦੀ ਕੰਮ ਵਿੱਚ ਲੱਗ ਜਾਂਦੀ ਹੈ। ਰੋਟੀ ਖਾਂਦੇ ਆ ਤੇ ਰਸ ਨੂੰ ਚਖਣ ਵਿੱਚ ਬਿਰਤੀ ਲੱਗ ਜਾਂਦੀ ਹੈ। ਧੰਨ ਉਹ ਗੁਰਸਿੱਖ ਪ੍ਰਸ਼ਾਦਾ ਛਕਦਿਆਂ ਵੀ ਜਪਜੀ ਸਾਹਿਬ ਪੜ੍ਹ ਲੈਂਦੇ। ਧੰਨ ਹਨ ਐਸੇ ਸਤਸੰਗੀ ਜਿਹੜੇ ਕੰਮਕਾਰ ਕਰਦਿਆਂ ਹੋਇਆਂ ਵਾਹਿਗੁਰੂ ਦੇ ਨਾਮ ਵਿੱਚ ਆਪ ਦਾ ਚਿੱਤ ਜਿਹੜਾ ਹੈ ਜੋੜ ਕੇ ਰੱਖਦੇ ਐ। ਕਹਿੰਦੇ ਐ ਜਿਹੜੇ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ, ਮਨ ਮਹਾਰਾਜ ਵੱਲ ਲਾ ਕਰਕੇ ਰੱਖਦੇ ਐ। ਤੇ ਸਾਧ ਸੰਗਤ ਜੀ ਹੱਥਾਂ ਨਾਲ ਕਿਰਤ ਕਰਦੇ ਹੋਏ ਜੇ ਵੇਖੀਏ ਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਕਾਰਜ ਕਿਨ ਕਰ ਲੈਣੇ ਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਤਿਗੁਰਾਂ ਜੀ ਦੇ ਪਰਉਪਕਾਰਾਂ ਤੋਂ ਸਾਰੀ ਜਿੰਨੀ ਵੀ ਇਹ ਦੁਨੀਆ ਹੈ ਸਾਧ ਸੰਗਤ ਜੀ ਸੁਖ ਲੈ ਰਹੀ ਹੈ, ਰਹਿਨੁਮਾਈ ਲੈ ਰਹੀ ਹੈ। ਐਸੇ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਕਹਿ ਰਹੇ ਹੈ, ਆਨ ਤਿਆਗ ਜਪੋ ਹਰ ਨਾਮ। ਕਿੱਡਾ ਵੱਡਾ ਵੀ ਨੁਕਸਾਨ ਹੋ ਜਾਵੇ ਪਰ ਮਹਾਰਾਜ ਕਹਿੰਦੇ ਨਾਮ ਜਪਣਾ ਨਾ ਛੱਡੋ। ਆਨ ਤਿਆਗ, ਜੋ ਕੁਝ ਵੀ ਆਨ ਹੋਰ ਕਿਰਤਾਂ ਹਨ ਨਾ, ਮਨ ਕਰਕੇ ਉਹਨਾਂ ਦਾ ਤਿਆਗ ਕਰ ਦਿਓ। ਤੇ ਜਦੋਂ ਸੁਰਤ ਕੰਮ ਵਿੱਚ ਲੱਗ ਜਾਵੇ ਤੇ ਭਜਨ ਨਾ ਹੋਵੇ, ਉਹ ਵੀ ਅਵਸਥਾ ਭਗਤਾਂ ਨੇ ਕਹੀ ਹੈ। ਇਹ ਨਹੀਂ ਕਿ ਉਹ ਅਵਸਥਾ ਨਿੱਕੀ ਅਵਸਥਾ ਹੁੰਦੀ ਹੈ, ਨਹੀਂ, ਭਗਤਾਂ ਨੇ ਇਹ ਜਣਾਇਆ ਹੈ ਜਗਿਆਸੂਆਂ ਨੂੰ ਕਿ ਜਦੋਂ ਇਹੋ ਜੀ ਹਾਲਤ ਹੁੰਦੀ ਹੈ ਨਾ, ਤੇ ਭਗਤ ਜੀ ਨੇ ਕਿਹਾ, ਕਬੀਰ ਸਾਹਿਬ ਨੇ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਕਿਉਂਕਿ ਸੂਈ 'ਚ ਧਾਗਾ ਪਾਉਣ ਲਈ ਬੀਬੀਆਂ ਨੂੰ ਪਤਾ ਬਾਹਲੀ ਇਕਾਗਰਤਾ ਧਾਰਨ ਕਰਨੀ ਪੈਂਦੀ ਹੈ, ਨਹੀਂ ਤੇ ਥੋੜੀ ਨਿਗਾਹ ਘਟ ਜੇ ਤਾਂ ਐਨਕਣ ਤੋਂ ਬਿਨਾਂ ਧਾਗਾ ਸੂਈ 'ਚ ਪੈਂਦਾ ਹੀ ਨਹੀਂ। ਉਹ ਫਿਰ ਫੂਕ ਮਾਰ ਕੇ ਕਈ ਵਾਰੀ ਖਿੱਚਣਾ ਪੈਂਦਾ ਹੈ। ਤੇ ਉਹਨਾਂ ਨੇ ਉਹ ਫੂਕ ਨਾਲ ਖਿੱਚਣ ਨੂੰ ਵੀ, ਜਦੋਂ ਫੂਕ ਅੰਦਰ ਨੂੰ ਖਿੱਚੀਦੀ ਹੈ ਨਾ, ਤੇ ਧਾਗਾ ਉਥੇ ਰਾਹੀਂ ਛੇਕ ਰਾਹੀਂ ਅੰਦਰ ਆ ਜਾਂਦਾ, ਖਿੱਚਿਆ ਜਾਂਦਾ। ਤੇ ਕਹਿੰਦੇ ਨੇ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਮੈਨੂੰ ਵਾਹਿਗੁਰੂ ਵਿਸਰਦਾ, ਭਗਵਾਨ ਪਰਮੇਸ਼ਰ ਵਿਸਰਦਾ। ਇਸ ਕਰਕੇ ਕਹਿੰਦੇ ਮੇਰਾ ਧਾਗੇ ਪਾਉਣ ਵਿੱਚ ਚਿੱਤ ਦੀ ਇਕਾਗਰਤਾ ਜਿਹੜੀ ਹੈ ਨਾ, ਉਹ ਮੈਂ ਨਹੀਂ ਲਾਉਣਾ ਚਾਹੁੰਦਾ। ਜਦੋਂ ਸਾਡਾ ਚਿੱਤ ਕਿਸੇ ਕੰਮ ਵਿੱਚ ਖੁੱਭਦਾ ਹੈ ਤੇ ਜਾਣੋ ਉਸ ਸਮੇਂ ਕੰਮ ਵੀ ਵਿਅਰਥ ਹੈ। ਜਦੋਂ ਵਾਹਿਗੁਰੂ ਦੇ ਸਿਮਰਨ ਵਿੱਚ ਕੰਮਾਂ ਨੂੰ ਕਰਦਿਆਂ ਹੋਇਆਂ ਚਿੱਤ ਜੁੜਿਆ ਰਹੇ, ਫਿਰ ਹਰ ਵੇਲੇ ਦੀ ਭਗਤੀ ਦੀ ਦਾਤ ਪ੍ਰਾਪਤ ਹੋ ਜਾਂਦੀ। ਪਰ ਇਹ ਮਿਲਦੀ ਉਦੋਂ ਹੈ ਜਦੋਂ ਅੰਮ੍ਰਿਤ ਵੇਲੇ ਸਾਰੇ ਕੰਮਾਂ ਤੋਂ ਵਿਹਲੇ ਹੋ ਕੇ ਭਜਨ ਕਰੀਏ। ਇਹ ਨਹੀਂ ਹੈ ਕਿ ਉੱਠਣਾ ਵੀ ਸੂਰਜ ਚੜੇ
ਤੇ ਨਾਲ ਨਾਲ ਅਖਬਾਰ ਤੇ ਨਾਲ ਨਾਲ ਆਖੇ ਜਪਜੀ ਸਾਹਿਬ ਪੜ੍ਹ ਲਈਏ। ਇਸ ਤਰ੍ਹਾਂ ਥੋੜੋ ਹੁੰਦਾ। ਚਾਹ ਦਾ ਕੱਪ ਪੀ ਕਰਕੇ ਫਿਰ ਤੁਸੀਂ ਕਹੋ ਕਿ ਮੈਂ ਹੁਣ ਭਜਨ ਕਰ ਲਾਂ। ਅੰਮ੍ਰਿਤ ਵੇਲੇ ਜਾਗ ਕਰਕੇ, ਕਿਉਂਕਿ ਜੇ ਦਹੀਂ ਨੂੰ ਵੀ ਜਾਗ ਲਾਈਏ ਨਾ ਤੇ ਉਹਨੂੰ ਵੀ ਢੱਕ ਕੇ ਰੱਖਣਾ ਪੈਂਦਾ, ਤਾਂ ਦਹੀਂ ਜੰਮਦਾ। ਅੰਮ੍ਰਿਤ ਵੇਲੇ ਉੱਠ ਕਰਕੇ ਭਜਨ ਕਰੀਏ ਤਾਂ ਅੰਦਰ ਜਮਾ ਹੁੰਦਾ ਹੈ, ਤਾਂ ਸੁਰਤ ਟਿਕਦੀ ਹੈ। ਫਿਰ ਇਸ ਭਾਵ ਸਾਗਰ ਤੋਂ, ਦੁਸ਼ਟਰ ਸੰਸਾਰ ਤੋਂ ਤਰਨ ਦੀ ਜੁਗਤ ਪ੍ਰਾਪਤ ਹੁੰਦੀ ਹੈ, ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਦੇ ਸਿੱਖਾਂ ਨੂੰ ਦਿੱਤੀ ਹੈ ਗਰੀਬ ਨਵਾਜ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸਾਜਨ ਸੰਤ ਕਰੋ ਇਹੋ ਕਾਮ। ਇਹ ਇੱਕ ਕੰਮ ਹੈ ਮਹਾਰਾਜ ਕਹਿੰਦੇ ਵਿਸ਼ੇਸ਼। ਜੇ ਪਿਤਾ ਪੁੱਤਰ ਨੂੰ ਕਹੇ ਕਿ ਪੁੱਤਰਾ ਇੱਕ ਕੰਮ ਹੈ ਮੇਰਾ ਜ਼ਰੂਰੀ, ਤੇ ਫਿਰ ਲਾਇਕ ਪੁੱਤਰ ਕਹਿੰਦਾ ਹਾਂ ਬਾਪੂ ਜੀ ਦੱਸੋ, ਜ਼ਰੂਰ ਕਰਾਂਗਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਨੂੰ ਕਹਿੰਦੇ ਆ, ਸਾਜਨ ਸੰਤ ਕਰੋ ਇਹੋ ਕਾਮ। ਭਾਈ ਜੇ ਤਾਂ ਤੁਸੀਂ ਸਾਡੇ ਸੱਜਣ ਹੋ, ਗੁਰੂ ਸਾਹਿਬ ਜੀ ਕਹਿੰਦੇ ਮਿੱਤਰ ਹੋ, ਤੇ ਸੰਤ ਰੂਪ ਹੋ, ਆਪਣੇ ਆਪ ਵਿੱਚ ਗੁਰਸਿੱਖੀ ਧਾਰਨ ਕੀਤੀ ਹੋਈ ਹੈ, ਤਾਂ ਮਹਾਰਾਜ ਕਹਿੰਦੇ ਸਾਡਾ ਹੀ ਜਾਣ ਕੇ ਫਿਰ ਇੱਕ ਕੰਮ ਕਰੋ, ਆਨ ਤਿਆਗ ਜਪੋ ਹਰ ਨਾਮ। ਹੋਰ ਸਾਰਾ ਕੁਝ ਤਿਆਗ ਦਿਓ, ਵਾਹਿਗੁਰੂ ਦਾ ਨਾਮ ਜਪ ਲਓ। ਜੇ ਤਾਂ ਤੁਸੀਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੇ ਪੁੱਤ ਹੋ, ਭਾਈ ਹੋ, ਤਾਂ ਫਿਰ ਇਹ ਕਾਰਜ ਕਰੋ ਜੋ ਸਤਿਗੁਰੂ ਜੀ ਨੇ ਦਿੱਤਾ ਹੈ। ਜਿਹੜੀਆਂ ਸਾਧ ਸੰਗਤ ਜੀ ਆਨ ਤਿਆਗ, ਕੋਈ ਖੇਤੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਸੁਦਾਗਰੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਉਹ ਕਹਿੰਦੇ ਹੈ ਕਿ ਫਿਰ ਅਸੀਂ ਕੰਮਕਾਰ ਛੱਡ ਦਈਏ। ਮਹਾਰਾਜ ਨੇ ਕਿਹਾ ਆਨ ਤਿਆਗ ਜਪੋ ਹਰ ਨਾਮ। ਉਸ ਕਿਰਤ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਭਜਨ ਦੀ ਜਿਹੜੀ ਹੈ ਨਾ, ਉਹ ਸੁਰਤ ਲਾ ਲਓ। ਇਹੋ ਜਿਹਾ ਕੰਮ ਨੂੰ ਜਿਹੜਾ ਹੈ ਭਜਨ ਦੇ ਨਾਲ ਇੱਕਮਿਕ ਕਰ ਲਓ ਕਿ ਤੁਹਾਡਾ ਕੰਮ ਵੀ ਜਿਹੜਾ ਨਾ ਉਹ ਇਹੋ ਜਿਹਾ ਸਫਲਾ ਹੋ ਜਾਵੇ ਕਿ ਹਰ ਵੇਲੇ ਭਜਨ ਦੇ ਵਿੱਚ ਤੁਹਾਡੀ ਸੁਰਤ ਲੱਗੀ ਹੋਈ, ਸਾਰਾ ਹੀ ਸਮਾਂ ਸਫਲਾ ਹੋ ਜਾਵੇ। ਤੇ ਕੰਮਾਂ ਦੀ ਤਮਾਂ 'ਚ ਜੇ ਪੈ ਗਏ ਤੇ ਕੰਮ ਤਾਂ ਕਿਸੇ ਦੇ ਨਹੀਂ ਮੁੱਕੇ। ਵੱਡੇ ਵੱਡੇ ਰਾਜੇ ਅਧੂਰੇ ਛੱਡ ਗਏ ਆਪਣੇ ਕੰਮ, ਉਹਨਾਂ ਦੇ ਮਹਿਲ ਕਿਲੇ ਅਧੂਰੇ ਰਹਿ ਗਏ, ਪੂਰੇ ਨਹੀਂ ਕਰ ਸਕੇ, ਸੰਸਾਰ ਤੋਂ ਕੂਚ ਕਰਨਾ ਪਿਆ। ਸੱਚੇ ਪਾਤਸ਼ਾਹ ਜੀ ਇਸ ਕਰਕੇ ਕਹਿੰਦੇ ਐ ਵਾਹਿਗੁਰੂ ਦਾ ਨਾਮ ਜਪ ਲਓ। ਜਿਹੜੀਆਂ ਆਨ ਹੋਰ ਕਿਰਿਆਵਾਂ ਹਨ ਇਹ ਸੁਤੇ ਹੁੰਦੀਆਂ, ਸਰੀਰ ਕਰਕੇ ਆਪਣੇ ਆਪ ਹੀ ਹੁੰਦੀਆਂ। ਮਨ ਦਾ ਮਾਣ ਹੈ ਨਾ ਕਿ ਮੈਂ ਕਰਦਾ ਹਾਂ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ 12 ਸਾਲ ਜਗਤ ਜਲੰਦੇ ਨੂੰ ਤਾਰਦੇ ਪਹਿਲੀ ਉਦਾਸੀ ਕਰਕੇ ਮਹਾਰਾਜ ਜਦੋਂ ਆਏ ਸੱਚੇ ਪਾਤਸ਼ਾਹ ਜੀ, ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਬਾਰ-ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਜਭਾਨ ਜੀ ਦੇ ਖੂਹ ਤੇ ਸਤਿਗੁਰੂ ਜੀ ਬੈਠ ਗਏ ਸੀ। ਤੇ ਭਾਈ ਮਰਦਾਨਾ ਜੀ ਆਗਿਆ ਲੈ ਕੇ ਜਦੋਂ ਨਗਰ ਗਏ, ਸਭ ਨਗਰ ਨੂੰ ਪਤਾ ਲੱਗ ਗਿਆ, ਮਾਤਾ ਜੀ ਨੂੰ ਵੀ ਪਤਾ ਲੱਗਾ ਹਜੂਰ ਦੇ ਮਾਤਾ ਤ੍ਰਿਪਤਾ ਜੀ ਨੂੰ ਕਿ ਮੇਰੇ ਪੁੱਤਰ ਦਾ ਬਚਪਨ ਦਾ ਸਾਥੀ ਆਇਆ ਭਾਈ ਮਰਦਾਨਾ। ਤੇ ਜਿਸ ਵਕਤ ਭਾਈ ਮਰਦਾਨੇ ਨੂੰ ਮਿਲਣ ਵਾਸਤੇ ਮਾਤਾ ਜੀ ਗਏ ਤੇ ਪੁੱਛਿਆ ਮੇਰੇ ਪੁੱਤਰ ਦੇ ਬਾਰੇ ਕਿ ਮੇਰਾ ਪੁੱਤਰ ਕਿੱਥੇ ਹੈ, ਤੇ ਭਾਈ ਮਰਦਾਨਾ ਜੀ ਨੂੰ ਆਗਿਆ ਨਹੀਂ ਸੀ। ਕਹਿਣ ਲੱਗੇ ਭਾਈ ਮਰਦਾਨਾ ਜੀ ਕਿ ਹੁਣ ਨਹੀਂ ਮੈਨੂੰ ਪਤਾ, ਜਦੋਂ ਦਾ ਮੈਂ ਵਿਛੜਿਆ। ਭੇਦ ਨਾਲ ਕਿਹਾ। ਮਾਤਾ ਜੀ ਨੇ ਮਨ ਵਿੱਚ ਸੋਚਿਆ ਕਿ ਜੇ ਤਾਂ ਭਾਈ ਮਰਦਾਨਾ ਘਰੇ ਹੀ ਰਿਹਾ ਫਿਰ ਤਾਂ ਨਹੀਂ ਪਤਾ ਹੋਊ, ਪਰ ਜੇ ਤੁਰ ਪਿਆ ਬਾਹਰ ਨੂੰ ਤਾਂ ਜ਼ਰੂਰ ਇਹਨੂੰ ਭੇਦ ਹੋਊ। ਉਹ ਗੱਲ ਹੋਈ। ਥੋੜੇ ਚਿਰ ਬਾਅਦ ਭਾਈ ਮਰਦਾਨਾ ਜੀ ਤੁਰ ਪਏ। ਮਾਤਾ ਜੀ ਨੂੰ ਪਤਾ ਲੱਗ ਗਿਆ, ਪੈੜ ਰੱਖੀ, ਪਿੱਛੇ ਪਿੱਛੇ ਗਏ। ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਤੂੰ ਕਾਹਲੀ ਤੁਰਦਾ, ਵੇਖ ਮੇਰੇ ਬਿਰਧ ਸਰੀਰ ਤੇ ਤਰਸ ਕਰ, ਮੈਨੂੰ ਮੇਰੇ ਪੁੱਤ ਦਾ ਪਤਾ ਦੱਸ ਦੇ। ਭਾਈ ਮਰਦਾਨਾ ਜੀ ਨੇ ਕਿਹਾ, ਮਾਤਾ ਜੀ ਮੈਨੂੰ ਦੱਸਣ ਦਾ ਹੁਕਮ ਨਹੀਂ, ਪਰ ਮੇਰੇ ਪਿੱਛੇ ਹੀ ਚਲੇ ਆਓ, ਜਿੱਥੇ ਮੈਂ ਪਹੁੰਚਾਂਗਾ ਉੱਥੇ ਹੀ ਹੋਣਗੇ ਗੁਰੂ ਨਾਨਕ ਸਾਹਿਬ। ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਮਾਤਾ ਜੀ ਉੱਥੇ ਆਏ। ਹਜੂਰ ਦੇ ਪਿਤਾ ਜੀ ਨੂੰ ਪਤਾ ਲੱਗਾ। ਇਹ ਬੜਾ ਭਾਵਪੂਰਤ ਪ੍ਰਸੰਗ ਕਵੀ ਰਾਜ ਜੀ ਨੇ ਲਿਖਿਆ। ਮਾਤਾ ਜੀ ਨੂੰ ਦੂਰੋਂ ਆਉਂਦਿਆਂ ਵੇਖ ਕੇ
ਜਗਤ ਦੇ ਮਾਲਕ ਸਤਿਗੁਰੂ ਜੀ ਮਰਿਆਦਾ ਪੁਰਸ਼ੋਤਮ ਆਪਣੇ ਮਾਤਾ ਜੀ ਦਾ ਸਤਿਕਾਰ ਕਰਨ ਲਈ ਹਜੂਰ ਉੱਠ ਪਏ। ਅੱਗੇ ਵਧੇ, ਸੱਚੇ ਪਾਤਸ਼ਾਹ ਚਰਨਾਂ ਨੂੰ ਹੱਥ ਲਾਇਆ। ਮਾਤਾ ਜੀ ਨੇ ਗਲਵੱਕੜੀ ਵਿੱਚ ਪਾ ਲਿਆ ਸੱਚੇ ਪਾਤਸ਼ਾਹ ਜੀ ਨੂੰ। ਸਾਰੇ ਜਿੰਨੇ ਘਰ ਦੇ ਮੈਂਬਰ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਚਾ ਲਾਲੂ ਜੀ ਸਨ, ਸਾਰੇ ਹੀ ਇਕੱਠੇ ਹੋ ਗਏ। ਤੇ ਫਿਰ ਮਹਾਰਾਜ ਦੇ ਪਿਤਾ ਜੀ ਨੇ ਆਖਿਆ, ਉਹੀ ਮਮਤਾ ਦੇ ਮੋਹ ਕਰਕੇ, ਜਿੱਥੇ ਫਿਰ ਸਤਿਗੁਰਾਂ ਜੀ ਨੇ ਜੇ ਸ਼ਬਦ ਦੇ ਅੰਦਰ ਆਖਿਆ, ਬਾਬਾ ਮਾਇਆ ਸਾਥ ਨਾ ਹੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਨਾ, ਤੇ ਆਨ ਕੰਮ ਹੀ ਦੱਸੇ ਸੀ ਮਹਾਰਾਜ ਦੇ ਪਿਤਾ ਜੀ ਨੇ। ਪਹਿਲਾਂ ਕਿਹਾ ਕਿ ਵੇਖੋ, ਜੇ ਤੁਹਾਡੀ ਇੱਛਾ ਹੈ ਤੁਹਾਨੂੰ ਚੰਗੀ ਜ਼ਮੀਨ ਲੈ ਦਿੰਨੇ ਆ, ਖੇਤੀ ਕਰ ਲਓ। ਤੇ ਮਹਾਰਾਜ ਨੇ ਕਿਹਾ ਸੀ, ਪਿਤਾ ਜੀ ਅਸੀਂ ਤਾਂ ਖੇਤੀ ਕਰਦੇ ਪਏ ਆ। ਕਿਹੜੀ ਖੇਤੀ ਤੁਸੀਂ ਕਰਦੇ ਹੋ? ਤੇ ਹਜੂਰ ਨੇ ਕਿਹਾ ਸੀ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਇਹ ਮਹਾਰਾਜ ਜੀ ਨੇ ਖੇਤੀ ਕਰਨੀ ਦੱਸੀ। ਹੁਣ ਇਹੋ ਜੀ ਖੇਤੀ ਕਰੇ। ਮਹਾਰਾਜ ਨੇ ਬਾਣੀ ਵਿੱਚ ਕਿਹਾ, ਖੇਤੀ ਵਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ। ਸਾਰੀਆਂ ਕਿਰਤਾਂ ਕਰਨ ਦੀ ਆਗਿਆ ਹੈ, ਪਰ ਮਹਾਰਾਜ ਨੇ ਮਨ ਕਰਕੇ ਕਿਹਾ, ਆਨ ਤਿਆਗ ਜਪੋ ਹਰ ਨਾਮ। ਮਨ ਕਰਕੇ ਤਿਆਗ ਦੇ ਆਨ ਚੀਜ਼ਾਂ ਨੂੰ। ਤੂੰ ਸੋਚਦਾ ਕਿ ਤੂੰ ਖੇਤੀ ਕਰਦਾ, ਤੂੰ ਸੋਚਦਾ ਤੂੰ ਵਪਾਰ ਕਰਦਾ, ਤੂੰ ਸੋਚਦਾ ਤੂੰ ਨੌਕਰੀ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਨਹੀਂ, ਵਾਹਿਗੁਰੂ ਹੀ ਤੈਨੂੰ ਕਾਰ ਵਿੱਚ ਲਾਇਆ ਹੋਇਆ, ਤੇ ਤੂੰ ਪਰਮੇਸ਼ਰ ਦੇ ਨਾਲ ਲੱਗ ਜਾ, ਤੇਰੀਆਂ ਕਾਰਾਂ ਵੀ ਸਫਲੀਆਂ ਹੋ ਜਾਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਜਿਹੜਾ ਮਨ ਹੈ ਨਾ, ਇਹਨੂੰ ਹਾਲੀ ਬਣਾਓ। ਜਿਹੜਾ ਹਲ ਚਲਾਉਣ ਵਾਲਾ ਕਿਸਾਨ ਹੁੰਦਾ ਹੈ, ਇਹ ਮਨ ਹਾਲੀ ਤੇ ਕਿਰਸਾਣੀ ਕਰਨੀ, ਸ਼ੁਭ ਕਰਨੀ ਜਿਹੜੀ ਹੈ, ਉਹ ਸੱਚੇ ਪਾਤਸ਼ਾਹ ਕਹਿੰਦੇ ਭਾਈ ਖੇਤੀ ਕਰਨਾ ਕਰੋ। ਤੇ ਸਰੀਰ ਰੂਪੀ ਖੇਤ ਹੈ, ਇਸ ਦੇ ਵਿੱਚ ਕੀ ਬੀਜਣਾ? ਨਾਮ ਦਾ ਬੀਜ ਬੀਜਣਾ। ਨਾਮ ਬੀਜ ਸੰਤੋਖ ਸੁਹਾਗਾ, ਫਿਰ ਸੰਤੋਖ ਦਾ ਸੁਹਾਗਾ ਫੇਰਨਾ ਉੱਪਰ, ਤੇ ਗਰੀਬੀ ਵੇਸ ਧਾਰਨ ਕਰਕੇ ਰੱਖਣਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਖੇਤੀ ਕਰਨੀ ਹੈ। ਤੇ ਚਾਕਰੀ ਕਿਹੜੀ ਕਰਨੀ ਹੈ? ਮਹਾਰਾਜ ਨੂੰ ਕਿਹਾ, ਤੁਹਾਨੂੰ ਨੌਕਰ ਲਵਾ ਦਿੰਨੇ ਆ। ਮਹਾਰਾਜ ਕਹਿੰਦੇ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਜਿਹੜਾ ਚਿੱਤ ਵਾਹਿਗੁਰੂ ਵਿੱਚ ਲਾਇਆ ਹੋਇਆ ਨਾ, ਤੇ ਮਨ ਕਰਕੇ ਨਾਮ ਦਾ ਹੀ ਕੰਮ ਕਰ ਰਹੇ ਹਾਂ ਅਸੀਂ। ਇਹ ਸਤਿਗੁਰਾਂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਆਨ ਤਿਆਗ ਜਪੋ ਹਰ ਨਾਮ। ਮਹਾਰਾਜ ਕਹਿੰਦੇ ਆ, ਫਿਰ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਮਹਾਰਾਜ ਕਹਿੰਦੇ ਭਾਈ ਜਿਹੜੀ ਸੁਰਤ ਹੈ ਨਾ, ਇਹ ਹਾਣ ਹੱਟ ਕਰ ਆਰਜਾ। ਜਿਹੜੀ ਹੱਟੀ ਚਲਾਉਣੀ ਹੈ, ਬਾਣੀਏ ਬਣ ਕੇ ਦੁਕਾਨਦਾਰ ਕਹਿੰਦੇ ਅਸੀਂ ਬੜੇ ਜ਼ਿਆਦਾ ਰੁਝੇਵੇਂ ਚ, ਜਿਹੜੇ ਗਾਹਕ ਹੀ ਜ਼ਿਆਦਾ ਹੋਣ ਤਾਂ ਸਾਰਾ ਦਿਨ ਹੀ ਖੁਸ਼ ਰਹਿੰਦਾ। ਪਰ ਸਤਿਗੁਰੂ ਜੀ ਕਹਿੰਦੇ ਅਸੀਂ ਵੀ ਹੱਟੀ ਚਲਾ ਰਹੇ ਹਾਂ, ਹਾਣ ਹੱਟ ਕਰ ਆਰਜਾ। ਜਿਹੜੀ ਆਰਜਾ ਉਮਰ ਨੂੰ ਅਸੀਂ ਨਾਸ਼ ਹੁੰਦੀ ਵੇਖ ਰਹੇ ਆ ਨਾ, ਮਹਾਰਾਜ ਕਹਿੰਦੇ ਹੱਟੀ ਚਲਾ ਰਹੇ ਆ, ਇਹ ਦੁਕਾਨ ਚਲਾ ਰਹੇ ਆ। ਤੇ ਦੁਕਾਨ ਦੇ ਅੰਦਰ ਭਾਂਡੇ ਰੱਖੇ ਹੁੰਦੇ ਆ। ਸੁਰਤ ਸੋਚ ਕਰ ਭਾਂਡ ਸਾਲ। ਜਿਹੜੀ ਸੁਰਤ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਂਡੇ ਬਣਾਈ ਹੋਈ ਹੈ, ਤੇ ਉਹਨਾਂ ਭਾਂਡਿਆਂ ਵਿੱਚ ਵਾਹਿਗੁਰੂ ਦੇ ਨਾਮ ਦੀ ਵਸਤੂ ਨੂੰ ਅਸੀਂ ਟਿਕਾਇਆ ਹੋਇਆ। ਸੁਰਤ ਰੂਪੀ ਬਰਤਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਟਿਕਾਇਆ ਹੋਇਆ। ਆਨ ਤਿਆਗ ਜਪੋ ਹਰ ਨਾਮ। ਜੇ ਇਹੋ ਜੀ ਖੇਤੀ ਕਰਨੀ ਸਿੱਖ ਜਾਵੇ, ਇਹੋ ਜਿਹਾ ਸਾਧ ਸੰਗਤ ਜੀ ਦੁਕਾਨਦਾਰ ਬਣ ਜਾਵੇ, ਇਹੋ ਜੀ ਚਾਕਰੀ ਕਰਨੀ ਸਿੱਖ ਜਾਵੇ, ਤੇ ਫਿਰ ਵਾਕਿਆ ਹੀ ਸਾਰੇ ਕੰਮ ਛੁੱਟ ਜਾਂਦੇ ਆ। ਵਾਹਿਗੁਰੂ ਜੀ ਦੇ ਵਿੱਚ ਚਿੱਤ ਜੁੜ ਜਾਂਦਾ ਹੈ। ਉਹਦੀ ਫਿਰ ਖੇਤੀ ਕਰਨੀ ਵੀ ਸਫਲੀ ਹੈ, ਉਹਦੀ ਦੁਕਾਨ ਚਲਾਉਣੀ ਵੀ ਸਫਲੀ ਹੈ, ਉਹਦਾ ਨੌਕਰੀ ਕਰਨੀ ਵੀ, ਉਹਦੀ ਚਾਕਰੀ ਕਰਨੀ ਵੀ ਸਫਲੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਆਨ ਤਿਆਗ ਜਪੋ ਹਰ ਨਾਮ। ਹੋਰ ਸਾਰਾ ਕੁਝ ਤਿਆਗ ਦਿਓ, ਜੋ ਕੁਝ ਮਨ ਨੇ ਗ੍ਰਹਿਣ ਕੀਤਾ ਹੋਇਆ ਹੈ। ਸਾਜਨ ਸੰਤ ਕਰੋ ਇਹੋ ਕੰਮ, ਇਹ ਕੰਮ ਕਰੋ ਇੱਕ ਜ਼ਰੂਰੀ। ਤੇ ਜਦੋਂ ਜ਼ਰੂਰੀ ਕੰਮ ਜਾਣ ਲਈਏ ਨਾ ਕਿ ਨਾਮ ਜਪਣਾ ਸਭ ਤੋਂ ਜ਼ਰੂਰੀ ਹੈ,
ਤੇ ਫਿਰ ਸਾਧ ਸੰਗਤ ਜੀ ਸਾਰੀਆਂ ਚੀਜ਼ਾਂ ਛੱਡ ਕੇ ਉਹ ਭਜਨ ਵਿੱਚ ਜੁੜਦੇ ਆ। ਅੰਮ੍ਰਿਤ ਵੇਲੇ ਦਾ ਸਮਾਂ ਨਹੀਂ ਖੁੰਝਣ ਦਿੰਦੇ, ਚਾਹੇ ਘਰ ਵਿੱਚ ਵਿਆਹ ਹੋਵੇ ਚਾਹੇ ਮਰਗ ਹੋਈ ਹੋਵੇ, ਉਹ ਆਪਣੇ ਭਜਨ ਦੇ ਸਮੇਂ ਵਿੱਚ ਵਿਘਨ ਨਹੀਂ ਪੈਣ ਦਿੰਦੇ। ਉਹਨਾਂ ਨੂੰ ਪਤਾ ਹੈ ਕਿ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਵਾਹਿਗੁਰੂ ਨੇ ਖੇਲ ਬਣਾਇਆ, ਮਨਾ ਲਾਹਾ ਲੈ ਲੈ, ਭਜਨ ਕਰ ਲੈ, ਨਾਮ ਜਪ ਲੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਲਾਹਾ ਲੈਂਦੇ ਐ, ਆਨ ਤਿਆਗ ਜਪੋ ਹਰ ਨਾਮ, ਹੈ ਗੁਰਸਿੱਖੋ ਹੋਰ ਸਭ ਕੁਝ ਤਿਆਗ ਦਿਓ, ਵਾਹਿਗੁਰੂ ਦੇ ਨਾਮ ਨੂੰ ਜਪ ਲਓ। ਸਿਮਰ 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 ਸੁਖ ਪਾਵਹੁ। ਵਾਹਿਗੁਰੂ ਦੇ ਨਾਮ ਨੂੰ ਮਨ ਕਰਕੇ ਸਿਮਰ ਲਓ, ਬਾਣੀ ਕਰਕੇ ਸਿਮਰ ਲਓ, ਸਰੀਰ ਕਰਕੇ ਸਿਮਰ ਲਓ। ਕੀ ਹੋਏਗਾ? ਸੁਖ ਪਾਵੋ। ਮਹਾਰਾਜ ਕਹਿੰਦੇ ਆਤਮਿਕ ਆਨੰਦ ਦੇ ਸੁਖ ਨੂੰ ਪਾ ਲਵੋਗੇ। ਜੋ ਸਿਮਰਨੇ ਯੋਗ ਪਰਮੇਸ਼ਰ ਹੈ ਨਾ, ਉਹਦੇ ਸਿਮਰਨ ਨੂੰ ਮਹਾਰਾਜ ਕਹਿੰਦੇ ਸਿਮਰੋ, ਚੇਤੇ ਕਰੋ ਉਹਨੂੰ ਬਾਰ-ਬਾਰ। ਜਦੋਂ ਚੇਤੇ ਕਰੋਗੇ ਤੇ ਹਜੂਰ ਕਹਿੰਦੇ ਬ੍ਰਹਮਾ ਆਨੰਦ ਦਾ ਸੁਖ ਪਾ ਲਵੋਗੇ। ਆਪ ਜਪਹੁ ਅਵਰਹ ਨਾਮ ਜਪਾਵਹੁ। ਤੇ ਉਗਤੀਆਂ ਜੁਗਤੀਆਂ ਦੇ ਦੇ ਕਰਕੇ ਨਹੀਂ ਕਿ ਦੂਜਿਆਂ ਨੂੰ ਉਪਦੇਸ਼ ਦੇਈ ਜਾਓ, ਨਹੀਂ ਮਹਾਰਾਜ ਕਹਿੰਦੇ ਆਪ ਜਪੋ ਅਵਰਹ ਨਾਮ ਜਪਾਵਹੁ। ਆਪ ਜਪੋ ਵਾਹਿਗੁਰੂ ਦੇ ਨਾਮ ਨੂੰ ਤੇ ਦੂਸਰਿਆਂ ਨੂੰ ਗੁਰਸਿੱਖ ਭਾਈ ਜਾਣ ਕਰਕੇ ਨਾਮ ਜਪਾਵੋ। ਮਹਾਰਾਜ ਨੇ ਕਿਹਾ ਨਾ, ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਐਵੇਂ ਉਪਦੇਸ਼ ਹੀ ਨਾ ਕਰੀ ਜਾਓ, ਕਿਉਂਕਿ ਸਾਡੇ ਵਰਗੇ ਵਾਂਝੇ ਹੀ ਰਹਿ ਜਾਂਦੇ ਉਪਦੇਸ਼ ਕਰਨ 'ਚ। ਜਿਹੜਾ ਜਪੇਗਾ ਰਸ ਉਹਨੂੰ ਹੀ ਆਵੇਗਾ। ਕੜਛੀ ਸਾਰਿਆਂ ਹੀ ਰਸਾਂ 'ਚ ਫਿਰਦੀ ਰਹਿੰਦੀ ਹੈ। ਤੇ ਪਰ ਸਾਧ ਸੰਗਤ ਜੀ ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਉਹਨੂੰ ਸਵਾਦ ਪਤਾ ਹੀ ਨਹੀਂ, ਸਵਾਦ ਤਾਂ ਖਾਣ ਵਾਲੇ ਨੂੰ ਪਤਾ ਨਾ। ਤੇ ਜਿਹੜਾ ਫਿਰ ਦੱਸੀ ਜਾਵੇ ਕਿ ਐਉਂ ਜਪੋ, ਇਸ ਤਰ੍ਹਾਂ ਜੁਗਤੀਆਂ ਲਾਈ ਦੀਆਂ, ਇਸ ਤਰ੍ਹਾਂ ਜਪਣਾ ਚਾਹੀਦਾ, ਉਹ ਫਿਰ ਸਾਡੇ ਵਰਗੇ ਕੜਛੀਆਂ ਵਾਂਗੂ ਹੀ ਫਿਰਦੇ ਰਹਿੰਦੇ ਐ। ਸਾਰੀ ਗੁਰੂ ਸਾਹਿਬ ਦੀ ਕਥਾ ਦੇ ਰਸ ਦੱਸਦੇ ਰਹਿੰਦੇ ਐ ਤੇ ਆਪ ਵਾਂਝੇ ਹੀ ਰਹਿ ਜਾਂਦੇ। ਮਿਲਦਾ ਰਸ ਉਹਨੂੰ ਹੀ ਹੈ ਜਿਹੜਾ ਆਪ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ। ਉਹ ਫਿਰ ਨਿਹਾਲ ਹੋ ਜਾਂਦਾ ਹੈ, ਕਿਉਂਕਿ ਹੋਰਨਾਂ ਨੂੰ ਜਪਾਉਣ ਨਾਲ ਵੀ ਉਹਨੂੰ ਭਾਰੀ ਫਲ ਮਿਲਦਾ ਉਹਨਾਂ ਗੁਰਸਿੱਖਾਂ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਇਹ ਕਥਾ ਕਰਨੀ ਤੇ ਸੁਣਨੀ ਸਾਧ ਸੰਗਤ ਜੀ, ਜਿਵੇਂ 8 ਘੰਟੇ ਸਿਮਰਨ ਕਰ ਲਿਆ ਨਾ, ਏਡਾ ਵੱਡਾ ਫਲ ਦੱਸਿਆ ਹੈ ਕਿ ਗੁਰਬਾਣੀ ਦੀ ਕਥਾ ਦੇ ਕਰਨ ਵਿੱਚ ਤੇ ਸੁਣਨ ਵਿੱਚ ਜਦੋਂ ਚਿੱਤ ਜੁੜ ਜਾਵੇ, ਕੀਰਤਨ ਦੇ ਕਰਨ ਵਿੱਚ ਤੇ ਸੁਣਨ ਵਿੱਚ ਜਦੋਂ ਚਿੱਤ ਜੁੜ ਜਾਵੇ, ਫਿਰ ਤਾਂ ਉਹਦਾ ਮਹਾਤਮ ਦੱਸਿਆ ਨਹੀਂ ਜਾ ਸਕਦਾ। ਮਹਾਰਾਜ ਜੀ ਨੇ ਸੰਗਤ ਦੇ ਵਿੱਚ ਜੁੜੇ ਹੋਏ ਚਿੱਤ ਦਾ ਵੀ ਫਲ ਦੱਸਿਆ ਸਤਿਗੁਰਾਂ ਜੀ ਨੇ ਇਸੇ ਹੀ ਅਸ਼ਟਪਦੀ ਦੇ ਅੰਦਰ। ਤੋ ਹਜੂਰ ਕਹਿੰਦੇ ਹਨ, ਆਪ ਜਪਹੁ ਅਵਰਹ ਨਾਮ ਜਪਾਵਹੁ। ਆਪ ਜਪ ਲਓ ਗੁਰਸਿੱਖੋ, ਹੋਰਨਾਂ ਨੂੰ ਗੁਰਸਿੱਖ ਭਾਈ ਜਾਣ ਕਰਕੇ ਨਾਮ ਜਪਾਉਣਾ ਕਰੋ। ਭਗਤ ਭਾਏ ਤਰੀਐ ਸੰਸਾਰ। ਇਹ ਭਗਤ ਭਾਏ, ਜਿਹੜੀ ਭਗਤੀ ਦਾ ਭਾਏ ਪ੍ਰੇਮ ਹੈ ਨਾ, ਇਹਦੇ ਨਾਲ ਸੰਸਾਰ ਤੋਂ ਤਰ ਜਾਈਦਾ। ਨਹੀਂ ਤਾਂ ਪਈ ਦੁਨੀਆ ਗੋਤੇ ਖਾਈ ਜਾਂਦੀ ਹੈ। ਕੋਈ ਵਿਕਾਰਾਂ 'ਚ ਡੁੱਬ ਗਿਆ, ਕੋਈ ਪਦਾਰਥਾਂ 'ਚ ਡੁੱਬ ਗਿਆ, ਕੋਈ ਮੋਹ 'ਚ ਡੁੱਬ ਗਿਆ। ਮਹਾਰਾਜ ਕਹਿੰਦੇ ਭਗਤ ਭਾਏ ਤਰੀਐ ਸੰਸਾਰ। ਹੇ ਗੁਰਸਿੱਖੋ, ਭਾਵ ਭਗਤੀ ਕਰਕੇ ਸੰਸਾਰ ਤੋਂ ਤਰ ਜਾਈਦਾ ਏ। ਬਿਨ ਭਗਤੀ ਤਨ ਹੋਸੀ ਛਾਰ। ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਇਹ ਤਨ ਜਿਹੜਾ ਨਾ ਹੋਸੀ ਛਾਰ, ਛਾਰ ਸਵਾਹ ਹੀ ਹੋ ਜਾਵੇਗਾ। ਤਨ ਧਨ ਹੋਸੀ ਛਾਰ, ਜਾਣੈ ਕੋਏ ਜਨ। ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਵੇਖ ਲੈ ਇੱਕ ਦਿਨ ਸਰੀਰ ਛਾਰ ਸਵਾਹ ਹੋ ਜਾਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜਿਸ ਤਨ ਨੂੰ ਤੂੰ ਆਪਣਾ ਰੂਪ ਸਮਝਿਆ ਨਾ, ਬੜਾ ਹੀ ਭੁਲੇਖੇ 'ਚ ਪੈ ਗਿਆ, ਬਹੁਤ ਜ਼ਿਆਦਾ ਭਰਮ 'ਚ ਡੁੱਬ ਗਿਆ। ਸਰੀਰ ਤੇਰੇ ਕੋਲ ਨਹੀਂ ਰਹਿਣਾ, ਸਰੀਰ ਤੈਨੂੰ ਭਜਨ ਕਰਨ ਨੂੰ ਪ੍ਰਾਪਤ ਹੋਇਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਬਿਰਥਾ ਕਾਹੇ ਗਵਾਵਹੁ। ਇਹਨੂੰ ਵਿਅਰਥ ਕਿਉਂ ਗਵਾ ਰਿਹਾ ਹੈ? ਇਹਨੂੰ ਵਿਅਰਥ ਨਾ ਗਵਾ। ਇਹ ਪਰਮੇਸ਼ਰ ਨੇ ਭਜਨ ਕਰਨ ਨੂੰ ਤੈਨੂੰ ਬਖਸ਼ਿਸ਼ ਕੀਤਾ ਹੈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਬਿਨ ਭਗਤੀ ਤਨ ਹੋਸੀ ਛਾਰ। ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਤਨ ਜਿਹੜਾ ਤੇਰਾ ਸਰੀਰ ਹੈ ਛਾਰ ਹੋ ਜਾਵੇਗਾ। ਲੱਕੜਾਂ 'ਚ ਬਲ ਗਿਆ, ਸਵਾਹ ਦੀ ਮੁੱਠੀ ਰਹਿ ਜਾਣੀ ਹੈ, ਹੱਡੀਆਂ ਵੀ ਚੁੱਕ ਕੇ ਪ੍ਰਵਾਹ ਕਰ ਦੇਣੀਆਂ। ਪਰਮੇਸ਼ਰ ਤੇਰੇ ਅੰਦਰ ਵਸ ਰਿਹਾ ਹੈ, ਜਿੰਨਾ ਚਿਰ ਸੱਤਾ ਹੈ ਨਾ ਉਹਦੀ,
ਉਹਦਾ ਭਜਨ ਕਰ ਲੈ, ਨਹੀਂ ਤੇ ਛਾਰ ਸਵਾਹ ਹੋ ਜਾਵੇਗੀ ਇਹ ਦੇਹੀ। ਸਰਬ ਕਲਿਆਣ ਸੁਖ ਨਿਧ ਨਾਮ। ਮਹਾਰਾਜ ਕਹਿੰਦੇ ਸਾਰੀਆਂ ਹੀ ਕਲਿਆਣਾ ਮੁਕਤੀਆਂ ਤੇ ਸਰਬ ਕਲਿਆਣ ਸੁਖ ਨਿਧ ਨਾਮ, ਬ੍ਰਹਮ ਗਿਆਨ ਦਾ ਸੁਖ ਤੇ ਮਹਾਰਾਜ ਕਹਿੰਦੇ 9 ਨਿਧੀਆਂ ਕਿਹਦੇ ਵਿੱਚ ਹਨ? ਨਾਮ ਵਿੱਚ ਹਨ। ਸਾਰੀਆਂ ਹੀ ਕਲਿਆਣਾ, ਕਿਹੜੀ ਕਲਿਆਣ ਚਾਹੀਦੀ ਹੈ, ਕਿਹੜੀ ਮੁਕਤੀ ਚਾਹੀਦੀ ਹੈ? ਸਰਬ ਕਲਿਆਣ ਸੁਖ ਨਿਧ ਨਾਮ, ਆਤਮਕ ਆਨੰਦ ਦਾ ਸੁਖ ਵੈ। ਸੱਚੇ ਪਾਤਸ਼ਾਹ ਕਹਿੰਦੇ ਨੇ 9 ਨਿਧੀਆਂ ਤੇਰੇ ਹੱਥ ਤੇ ਹੀ ਵਾਹਿਗੁਰੂ ਧਰ ਦੇਣਗੇ ਜੇ ਤੂੰ ਨਾਮ ਵਿੱਚ ਆਪਣਾ ਚਿੱਤ ਜੋੜ ਲਵੇਂਗਾ। ਕੀ ਨਿੱਕੇ ਨਿੱਕੇ ਪਦਾਰਥਾਂ ਵਾਸਤੇ ਤੂੰ ਲੋੜਦਾ ਰਹਿਣਾ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰਿੱਧੀ ਸਿੱਧੀ ਤੇਰੀ ਦਾਸੀ ਬਣ ਜਾਵੇਗੀ, ਜੋ ਚਾਹੇਗਾ ਉਹ ਹੋਵੇਗਾ। ਵਾਹਿਗੁਰੂ ਦੇ ਨਾਮ ਵਿੱਚ ਐਡੀ ਤਾਕਤ ਬਖਸ਼ਿਸ਼ ਹੈ। ਬੂੜਤ ਜਾਤ ਪਾਏ ਵਿਸ਼ਰਾਮ। ਜਦੋਂ ਨਾਮ ਦੀ ਟੇਕ ਲਈ ਨਾ, ਜਿਨ੍ਹਾਂ ਜਿਨ੍ਹਾਂ ਨੇ ਲਈ ਹੈ, ਡੁੱਬਦਿਆਂ ਜਾਂਦਿਆਂ ਨੂੰ ਸਥਿਤੀ ਪ੍ਰਾਪਤ ਹੋ ਗਈ। ਜੇਤੇ ਯਤਨ ਕਰਤ ਥੇ ਡੂਬੇ, ਭੈ ਸਾਗਰ ਨਹੀਂ ਤਾਰਿਓ ਰੇ। ਜਿੰਨੇ ਤੂੰ ਯਤਨ ਕਰਦਾ ਰਿਹਾ ਸਨ, ਸਾਰੇ ਡੁੱਬਣ ਵਾਲੇ ਹੀ ਕਰਦਾ ਰਿਹਾ। ਸੰਸਾਰ ਤੋਂ ਤੇਥੋਂ ਤਰਿਆ ਨਹੀਂ ਜਾਂਦਾ। ਵੇਖ ਤੂੰ ਕਿੰਨੇ ਯਤਨ ਕਰ ਲਏ ਐ, ਛੱਡ ਦੇ ਸਾਰੇ ਯਤਨ ਕਰਨੇ। ਵਾਹਿਗੁਰੂ ਦੇ ਨਾਮ ਨੂੰ ਜਪ ਲੈ, ਸੱਚੇ ਪਾਤਸ਼ਾਹ ਤੋਂ ਮੰਗ ਲੈ। ਹੁਣ ਨਹੀਂ ਮੰਗਿਆ ਮਨੁੱਖਾ ਜਨਮ 'ਚ, ਸਤ ਸੰਗਤ 'ਚ ਆ ਗਏ ਤੇ ਫਿਰ ਕਦੋਂ ਮੰਗਣਾ ਹੀ? ਕਦੋਂ ਮਿਲੇਗੀ ਇਹ ਦਾਤ? ਮਹਾਰਾਜ ਦੇ ਚਰਨ ਪਕੜ ਲੈ ਬਿਰਤੀ ਦੇ ਪ੍ਰੇਮ ਕਰਕੇ। ਕਿਆ ਮਹਾਰਾਜ ਹੁਣ ਨਾ ਬਖਸ਼ਿਆ ਤਾਂ ਕਦੋਂ ਬਖਸ਼ਿਆ ਜਾਵਾਂਗਾ? ਕਿਰਪਾ ਕਰਕੇ ਨਾਮ ਦੀ ਦਾਤ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਪ੍ਰੀਤ ਲਾ ਦਿਓ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਜਪਿਆ ਨਾ ਪ੍ਰੀਤ ਨਾਲ, ਬੂੜਤ ਜਾਤ, ਬੂੜਤ ਜਾਤ ਪਾਏ ਵਿਸ਼ਰਾਮ। ਉਹ ਡੁੱਬਦੇ ਜਾਂਦਿਆਂ ਨੂੰ ਸਾਧ ਸੰਗਤ ਜੀ ਵਿਸ਼ਰਾਮ ਟਿਕਾ ਮਿਲ ਜਾਂਦਾ। ਫਿਰ ਡੁੱਬਦਿਆਂ ਹੋਇਆਂ ਨੂੰ ਨਾਮ ਦਾ ਸਹਾਰਾ ਮਿਲ ਜਾਂਦਾ ਹੈ। ਫਿਰ ਨਹੀਂ ਉਹ ਵਿਸ਼ਿਆਂ ਵਿੱਚ ਡੁੱਬਦੇ, ਫਿਰ ਨਹੀਂ ਸੰਸਾਰ ਦੇ ਪਦਾਰਥਾਂ 'ਚ ਡੁੱਬਦੇ। ਉਹ ਤਾਂ ਤਰਦੇ ਆ ਮੁਰਗਾਬੀ ਵਾਂਗੂ, ਫਿਰ ਹੋਰ ਨਾ ਡੁੱਬਦਿਆਂ ਨੂੰ ਤਾਰ ਦਿੰਦੇ। ਮਹਾਰਾਜ ਕਹਿੰਦੇ ਭਾਈ ਨਾਮ ਦੇ ਨਾਲ ਹੀ ਡੁੱਬਦਾ ਜਾਂਦਾ ਸਥਿਤੀ ਪਾ ਸਕਦਾ ਏ। ਸਗਲ ਦੁੱਖ ਕਾ ਹੋਵਤ ਨਾਸ। ਸਾਰੇ ਜਿੰਨੇ ਦੁੱਖ ਵਾ ਨਾ, ਜਿਨ੍ਹਾਂ ਨੂੰ ਤੂੰ ਪਹਾੜ ਵਰਗੇ ਸਮਝਿਆ ਹੋਇਆ, ਐ ਨਾਸ਼ ਹੋ ਜਾਣਗੇ। ਸਤਿਗੁਰੂ ਕਹਿੰਦੇ ਜਿਵੇਂ ਹਵਾ ਬੱਦਲਾਂ ਨੂੰ ਖੰਡਾ ਕੇ ਰੱਖ ਦਿੰਦੀ ਹੈ ਨਾ, ਨਾਮ ਦੀ ਹਵਾ ਚਲਾ ਦੇ ਆਪਣੇ ਅੰਦਰ, ਇੰਨੀ ਜ਼ੋਰ ਦੀ ਹਨੇਰੀ ਚਲਾ ਦੇ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨ ਮਾਇਆ ਬੰਦੀ। ਕਬੀਰ ਸਾਹਿਬ ਕਹਿੰਦੇ ਇਹੋ ਜੀ ਗਿਆਨ ਦੀ ਹਨੇਰੀ ਚਲਾ ਦੇ ਆਪਣੇ ਅੰਦਰ, ਸਭ ਭਰਮ ਦੀਆਂ ਟਾਟੀਆਂ ਉਡਾ ਦੇ। ਇਹ ਬਾਹਰੋਂ ਪ੍ਰਮਾਣ ਧਰ ਧਰ ਕੇ ਸਿੱਖਿਆ ਦਿੱਤੀ ਹੈ। ਜਦੋਂ ਹਨੇਰੀ ਆਉਂਦੀ ਹੈ ਨਾ, ਉਹ ਚਿੱਕਾਂ ਜਿਹੜੀਆਂ ਲੱਗੀਆਂ ਹੁੰਦੀਆਂ ਧੁੱਪ ਤੋਂ ਮੀਂਹ ਤੋਂ, ਸਭ ਉੱਡਦੀਆਂ ਨਾ। ਫਿਰ ਇਸ ਤਰ੍ਹਾਂ ਜਦੋਂ ਅੰਦਰ ਨਾਮ ਦੀ ਹਨੇਰੀ ਚੱਲਦੀ ਹੈ ਨਾ, ਨਾਮ ਦਾ ਐਡਾ ਤਗੜਾ ਤੂਫਾਨ ਉੱਠਦਾ ਹੈ, ਸਭ ਭਰਮ ਦੀਆਂ ਟਾਟੀਆਂ ਉਡਾ ਕੇ ਲੈ ਜਾਂਦਾ ਹੈ। ਉਦੋਂ ਫਿਰ ਸਾਧ ਸੰਗਤ ਜੀ ਜਿਹੜਾ ਹੈ ਆਂਦੀ ਪਾਛੈ ਜੋ ਜਲ ਬਰਖੈ ਤਿਹ ਤੇਰਾ ਜਨ ਭੀਨਾ। ਕਬੀਰ ਜੀ ਕਹਿੰਦੇ ਜਦੋਂ ਉਸ ਹਨੇਰੀ ਤੋਂ ਬਾਅਦ ਕੀ ਹੁੰਦਾ? ਮੀਂਹ ਪੈਂਦਾ ਨਾ। ਤੇ ਜਦੋਂ ਨਾਮ ਦੀ ਹਨੇਰੀ ਚੱਲਦੀ ਹੈ ਨਾ, ਤੇ ਫਿਰ ਮੀਂਹ ਕਿਹੜਾ ਪੈਂਦਾ? ਮਹਾਰਾਜ ਦੇ ਨਾਮ ਰਸ ਦਾ ਮੀਂਹ ਪੈਂਦਾ ਹੈ, ਬ੍ਰਹਮਾ ਆਨੰਦ ਦਾ ਮੀਂਹ ਪੈਂਦਾ ਹੈ। ਕਬੀਰ ਜੀ ਕਹਿੰਦੇ ਮੈਂ ਤਾਂ ਭਿੱਜ ਗਿਆ ਉਸ ਆਨੰਦ ਦੇ ਅੰਦਰ। ਮੈਨੂੰ ਤਾਂ ਐਸਾ ਸੁੱਖ ਆ ਗਿਆ ਹੈ ਕਿ ਤ੍ਰਿਸ਼ਨਾ ਸ਼ਾਨ ਪਰੀ ਘਟ ਉੱਪਰ, ਮੋਹ ਬਲੇਂਡਾ ਟੂਟਾ। ਉਹ ਛਾਨ ਜਿਹੜੀ ਉਹ ਵੀ ਟੁੱਟ ਜਾਂਦੀ ਹੈ ਨਾ ਫਿਰ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੇ ਅੰਦਰ ਭਾਂਡੇ ਹੁੰਦੇ ਆ ਛੰਨ ਦੇ ਡਿੱਗਣੇ ਕਰਕੇ, ਉਹ ਵੀ ਟੁੱਟ ਜਾਂਦੇ ਆ। ਕਹਿੰਦੇ ਮੋਹ ਰੂਪੀ ਭਾਂਡੇ ਵੀ ਮੇਰੇ ਟੁੱਟ ਗਏ ਸਾਰੇ। ਹੁਣ ਇਹ ਗੱਲ ਬਣੀ ਕਦੋਂ? ਜਦੋਂ ਦੇਖੋ ਭਾਈ ਗਿਆਨ ਕੀ ਆਈ ਆਂਦੀ, ਜਦੋਂ ਅੰਦਰ ਨਾਮ ਦੀ ਹਨੇਰੀ ਚੱਲੀ ਨਾ, ਸਾਰੇ ਦੁੱਖਾਂ ਰੂਪੀ ਬੱਦਲ ਉਡਾ ਕੇ ਹੀ ਲੈ ਗਈ। ਮਹਾਰਾਜ ਕਹਿੰਦੇ ਹਨ ਸਗਲ ਦੁੱਖ ਕਾ ਹੋਵਤ ਨਾਸ। ਸਾਰੇ ਦੁੱਖਾਂ ਦਾ ਸਤਿਗੁਰੂ ਜੀ ਕਹਿੰਦੇ ਭਾਈ ਸਰਵਨਾਸ਼ ਹੋ ਜਾਂਦਾ ਏ। ਨਾਨਕ ਨਾਮ ਜਪਹੁ ਗੁਣ ਤਾਸ। ਸਤਿਗੁਰੂ ਜੀ ਕਹਿੰਦੇ ਉਹ ਗੁਣਾਂ ਦਾ ਤਾਸ ਖਜ਼ਾਨਾ ਹੈ ਮੇਰਾ ਵਾਹਿਗੁਰੂ, ਉਹਨੂੰ ਜਪ ਲਓ ਗੁਰਸਿੱਖੋ। ਮਨ ਬਾਣੀ ਸਰੀਰ ਕਰਕੇ ਜਪ ਲਓ, ਨਿਹਾਲ ਹੋਵੋਗੇ। ਉਹ ਗੁਣਾਂ ਦਾ ਪਾਤਰ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਸਤਿਗੁਰੂ ਜੀ ਹੁਣ ਸੰਗਤ ਕਰਨ ਦੀ ਮਹਿਮਾ ਮਹਾਰਾਜ ਦੱਸਦੇ ਆ। ਉਪਜੀ ਪ੍ਰੀਤ, ਜਦੋਂ ਪ੍ਰੇਮ ਉਪਜਦਾ ਨਾ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੰਨਾ ਪਿਆਰ ਦਾ ਰਸ ਆਉਂਦਾ ਹੈ,
ਕਿ ਅੰਦਰ ਉਮਾਹ ਆ ਜਾਂਦਾ ਹੈ, ਚਾਅ ਆ ਜਾਂਦਾ ਹੈ। ਵੇਖ ਲਓ ਪਦਾਰਥ ਕਿੰਨੇ ਵੀ ਪਾ ਕੇ ਜੀਵ ਨੂੰ ਚਾਅ ਮਰਿਆ ਹੀ ਰਹਿੰਦਾ ਹੈ। ਮਾਇਆ ਕਿੰਨੀ ਪਾ ਕਰਕੇ ਅੰਦਰ ਚਾਅ ਨਹੀਂ ਆਉਂਦਾ, ਸਗੋਂ ਮੁਰਝਾਏ ਹੀ ਰਹਿੰਦੇ ਆ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਇੰਨੀ ਗਰੀਬੀ ਹੁੰਦੀ ਹੈ ਬਾਹਰੋਂ, ਤਨ ਦੇ ਵਸਤਰ ਵੀ ਪਾਟੇ ਹੁੰਦੇ ਐ, ਪਰ ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਪ੍ਰੇਮ ਦਾ ਰਸ ਹੀ ਇਹੋ ਜਿਹਾ, ਆਨੰਦ ਹੀ ਇਹੋ ਜਿਹਾ, ਇੰਨਾ ਚਾਅ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਇਹ ਪ੍ਰੀਤ ਦੇ ਉਪਜਣ ਦੇ ਨਾਲ ਗੁਰਸਿੱਖੋ ਦਾਤ ਪ੍ਰਾਪਤ ਹੁੰਦੀ ਹੈ। ਧੰਨ ਸਤਿਗੁਰੂ ਜੀ ਦੇ ਸਿੱਖ ਜਿਨ੍ਹਾਂ ਨੂੰ ਇਹੋ ਜੀ ਪ੍ਰੀਤ ਲੱਗ ਗਈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਨੂੰ ਪਿਆਰ ਲਾਇਆ ਨਾ, ਭਾਈ ਨੰਦ ਲਾਲ ਜੀ ਵਰਗਿਆਂ ਨੂੰ, ਸੱਚੇ ਪਾਤਸ਼ਾਹ ਮਹਾਰਾਜ ਨੂੰ ਸਭ ਥਾਵਾਂ ਤੇ ਸਾਖਿਆਤ ਕਰ ਲਿਆ। ਮਹਾਰਾਜ ਦੇ 52 ਕਵੀ ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਸੁਰਤ ਦਿੱਤੀ ਸੀ ਆਪਣੇ ਸਰੂਪ ਦੇ ਜਾਣਨ ਦੀ। ਇੱਕ ਕਵੀ ਭਾਈ ਨਿਹਾਲ ਸਿੰਘ ਜੀ, ਉਹ ਸਤਿਗੁਰੂ ਜੀ ਨੂੰ ਵਾਹਿਗੁਰੂ ਜੀ ਕਰਕੇ ਸੰਬੋਧਨ ਕਰਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਉਹ ਉਚਾਰਦੇ, ਕਵਿਤਾ ਵਿੱਚ ਵਾਹਿਗੁਰੂ ਕਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੰਬੋਧਨ ਕਰਦੇ ਆ। ਇੰਨੀ ਪਿਆਰ ਮਹਾਰਾਜ ਲਾ ਦਿੰਦੇ ਆ, ਪ੍ਰੀਤ ਲਾ ਦਿੰਦੇ ਆ, ਰਸ ਹੀ ਰਸ ਅੰਦਰ ਭਰ ਜਾਂਦਾ ਹੈ। ਜ਼ਿੰਦਗੀ ਇੰਨੀ ਸੁਖਮਈ ਹੋ ਜਾਂਦੀ ਹੈ, ਸਦਾ ਚਾਅ ਹੀ ਚੜਿਆ ਰਹਿੰਦਾ ਹੈ। ਸੁਖਮਨੀ ਸਾਹਿਬ ਦਾ ਇੱਕ ਪਾਠ ਕਰਨਾ ਹੋਵੇ ਤੇ ਸਾਧ ਸੰਗਤ ਜੀ ਜੇ ਚਾਅ ਨਾ ਹੋਵੇ, ਪ੍ਰੀਤ ਨਾ ਹੋਵੇ ਤੇ ਹੱਡ ਟੁੱਟਦੇ ਆ, ਮਨ ਟੁੱਟਦਾ ਹੈ। ਪਰ ਜਦੋਂ ਪ੍ਰੀਤ ਲੱਗ ਜਾਂਦੀ ਹੈ, ਚਾਅ ਚੜਿਆ ਰਹਿੰਦਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਹਰ ਵੇਲੇ ਪੜ੍ਹਦੇ ਰਹਿੰਦੇ, ਹਰ ਵੇਲੇ ਹੀ ਪੜ੍ਹਦੇ ਰਹਿੰਦੇ। ਸਰੀਰ ਦਾ ਥਕੇਵਾਂ ਨਹੀਂ, ਅਕੇਵਾਂ ਨਹੀਂ। ਮਹਾਰਾਜ ਕਹਿੰਦੇ ਭਾਈ ਉਪਜੀ ਪ੍ਰੀਤ, ਜਦੋਂ ਪ੍ਰੀਤ ਉਪਜ ਪੈਂਦੀ ਹੈ, ਪੈਦਾ ਹੋ ਜਾਂਦੀ ਹੈ, ਉਦੋਂ ਪ੍ਰੇਮ ਦੇ ਰਸ ਦੇ ਨਾਲ ਅੰਦਰ ਚਾਅ ਉਮਾਹ ਆ ਜਾਂਦਾ ਹੈ ਵਾਹਿਗੁਰੂ ਦੇ ਮਿਲਣ ਦਾ। ਮਨ ਤਨ ਅੰਤਰ ਇਹੀ ਸੁਆਓ। ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਇਹੋ ਹੀ ਪ੍ਰਯੋਜਨ ਹੁੰਦਾ, ਇਹੋ ਹੀ ਲਾਭ ਲੈ ਲੈਂਦੇ ਆ। ਉਹ ਕਹਿੰਦੇ ਹੁਣ ਇਹੋ ਹੀ ਸਵਾਓ, ਇਹੋ ਹੀ ਲਾਭ ਹੈ ਕਿ ਪੰਡਾਂ ਪਾ ਲਓ ਨਾਮ ਦੀਆਂ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ ਪ੍ਰਾਨ ਜਾਹੇਂਗੇ ਛੂਟ। ਤੇ ਵਿਸ਼ਈ ਕੀ ਕਰਦੇ ਆ, ਮਾਇਆ ਧਾਰੀ ਕੀ ਕਰਦੇ ਆ, ਉਹ ਕਾਹਦੀਆਂ ਪੰਡਾਂ ਪਾਉਂਦੇ ਆ। ਤੇ ਇਧਰ ਨਾਮ ਜਪਣ ਵਾਲੇ ਵੇਖ ਲਓ, ਕਹਿੰਦੇ ਨੇ ਮਨ ਤਨ ਅੰਤਰ ਇਹੀ ਸੁਭਾਓ। ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਵੀ ਜਾਣ ਲੈਂਦੇ ਆ ਕਿ ਇਹੋ ਹੀ ਲਾਹਾ ਹੈ ਨਾਮ ਦੇ ਜਪਣ ਦਾ। ਤਨ ਕਰਕੇ ਕਹਿੰਦੇ ਆ ਇੱਕ ਵੀ ਸਾਹ ਹੁਣ ਬਿਰਥਾ ਨਾ ਜਾਵੇ, ਤਨ ਕਰਕੇ ਨਾਮ ਦੇ ਜਪਣ ਦਾ ਵੱਡਾ ਹੀ ਸੁਭਾਅ ਪ੍ਰਯੋਜਨ ਪੂਰਾ ਕਰਦੇ ਆ। ਨੇਤਰ ਪੇਖ ਦਰਸ ਸੁਖ ਹੋਏ। ਮਹਾਰਾਜ ਕਹਿੰਦੇ ਨੇਤਰਾਂ ਨਾਲ ਜਦੋਂ ਵੇਖਦੇ ਆ ਨਾ, ਜਦੋਂ ਭਗਤ ਰਵਿਦਾਸ ਜੀ ਨੇ ਵੇਖੇ ਸੀ ਦਰਸ਼ਨ, ਨੇਤਰੋ ਪੇਖ ਦਰਸ ਸੁਖ ਹੋਏ। ਐਸਾ ਦਰਸ਼ਨ ਕੇ ਵੇਖ ਕੇ ਸੁਖ ਆ ਜਾਂਦਾ, ਆਨੰਦ ਆ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਨ ਤੇ ਬੁੱਧ ਰੂਪੀ ਅੰਦਰਲੇ ਨੇਤਰਾਂ ਨਾਲ, ਅੰਦਰਲੇ ਚਕਸ਼ੂਆਂ ਨਾਲ ਵਾਹਿਗੁਰੂ ਨੂੰ ਵੇਖ ਲੈਂਦੇ। ਗਿਆਨ ਰੂਪੀ ਚਕਸ਼ੂ ਜਦੋਂ ਖੁੱਲਦੇ ਆ ਨਾ, ਫਿਰ ਸਭ ਥਾਵਾਂ ਦੇ ਉੱਤੇ ਵਾਹਿਗੁਰੂ ਦਾ ਦਰਸ਼ਨ ਪਾ ਲੈਂਦੇ ਆ। ਮਹਾਰਾਜ ਕਹਿੰਦੇ ਭਾਈ ਨੇਤਰਾਂ ਨਾਲ ਵੇਖ ਕਰਕੇ ਦਰਸ਼ਨ, ਉਹਨਾਂ ਨੂੰ ਐਸਾ ਸੁਖ ਹੁੰਦਾ ਜਿਹੜਾ ਕਿਹਾ ਨਹੀਂ ਜਾਂਦਾ। ਮਨ ਬਿਗਸਾ ਸਾਧ ਚਰਨ ਧੋਏ। ਜਿਹੜੇ ਸਾਧੂ ਨਾਮ ਜਪਣ ਵਾਲੇ ਐ, ਉਹਨਾਂ ਦੇ ਚਰਨਾਂ ਨੂੰ ਧੋਣੇ ਕਰਕੇ ਮਨ ਦੇ ਅੰਦਰ ਵਿਗਾਸ ਆਉਂਦਾ ਹੈ, ਖੇੜਾ ਆਉਂਦਾ ਹੈ। ਜੇ ਨਾਮ ਜਪਣ ਵਾਲਿਆਂ ਦੀ ਸੇਵਾ ਕਰੀਏ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਅੰਦਰ ਚਾਹ ਪੈਦਾ ਹੁੰਦਾ ਏ। ਭਗਤ ਜਨਾ ਕਾ ਮਨ ਤਨ ਰੰਗ। ਜਿਹੜੇ ਭਗਤ ਜਨ ਹਨ ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਰੰਗ ਆਨੰਦ ਵੈ, ਰਸ ਵੈ। ਉਹਨਾਂ ਨੂੰ ਮਨ ਵਿੱਚ ਵੀ ਤੇ ਤਨ ਸਰੀਰ ਵਿੱਚ ਵੀ ਕੋਈ ਬਿਆਦ ਪੀੜਾ ਨਹੀਂ। ਬਾਹਰੋਂ ਭਾਵੇਂ ਹੋਵੇ ਪਰ ਆਨੰਦ ਚ ਹੀ, ਸੁਖ ਚ ਹੀ ਰਹਿੰਦੇ ਹਨ। ਬਿਰਲਾ ਕੋ ਪਾਵਾ ਸੰਗ। ਜਿਹਦੇ ਮਨ ਅਤੇ ਤਨ ਵਿੱਚ ਵਾਹਿਗੁਰੂ ਦਾ ਪਿਆਰ ਮਿਲਿਆ ਹੋਇਆ ਹੈ, ਹਜੂਰ ਕਹਿੰਦੇ ਭਾਈ ਉਹਦੀ ਸੰਗਤ ਵੀ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ। ਐਸੀ ਜੁੜੀ ਹੋਈ ਰੂਹ ਦਾ ਦਰਸ਼ਨ ਜਿਹੜਾ ਬੜਾ ਦੁਰਲੱਭ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਬਿਰਲਾ ਕੋ ਪਾਵਾ ਸੰਗ। ਕੋਈ ਵਿਰਲਾ ਮਹਾਰਾਜ ਕਹਿੰਦੇ ਭਾਈ ਜਿਹੜਾ ਐਸੇ ਜੀਵਨ ਮੁਕਤ ਮਹਾਂਪੁਰਖ ਦਾ ਸੰਗ ਪਾਉਂਦਾ, ਸੰਗਤ ਕਰਦਾ ਏ। ਏਕ ਬਸਤ ਦੀਜਾ ਕਰ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਕਰ ਲਓ ਗੁਰਸਿੱਖੋ ਵਾਹਿਗੁਰੂ ਦੇ ਚਰਨਾਂ ਵਿੱਚ, ਮਹਾਰਾਜ ਸਾਨੂੰ ਤਾਂ ਇੱਕੋ ਹੀ ਵਸਤੂ, ਨਾਮ ਰੂਪੀ ਵਸਤੂ ਮਹਾਰਾਜ ਆਪਣੀ ਮਾਇਆ ਕਰਕੇ, ਕਿਰਪਾ ਕਰਕੇ ਦੇ ਦਿਓ, ਕਿਉਂਕਿ ਤੁਹਾਡੇ ਕੋਲ ਹੈਗੀ ਹੈ। ਸੱਚੇ ਪਾਤਸ਼ਾਹ ਆਪਣੀ ਮਾਇਆ ਕਰਕੇ ਮੈਨੂੰ ਨਾਮ ਦੀ ਖੈਰ ਪਾ ਦਿਓ,
ਕਿਰਪਾ ਕਰਕੇ ਨਾਮ ਰੂਪੀ ਵਸਤੂ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਚੀਜ਼ ਮੁਝੇ ਦੇ, ਅਵਰ ਜ਼ਹਿਰ ਚੀਜ਼ ਨਾ ਪਾਇਆ। ਇਹ ਜਿਹੜੇ ਜ਼ਰੀਲੇ ਪਦਾਰਥ ਹੈ ਨਾ, ਜ਼ਰੀਲੀ ਮਾਇਆ ਵੈ, ਜ਼ਰੀਲੇ ਵਿਸ਼ੇ ਹੈ ਮਹਾਰਾਜ, ਇਹ ਨਹੀਂ ਮੈਨੂੰ ਚੰਗੇ ਲੱਗਦੇ। ਇੱਕ ਆਪਣੇ ਨਾਮ ਦੀ ਵਸਤੂ ਸਤਿਗੁਰੂ ਜੀ ਮਾਇਆ ਕਰਕੇ ਦੇ ਦਿਓ। ਗੁਰ ਪ੍ਰਸਾਦ ਨਾਮ ਜਪ ਲਿਆ। ਜਿਹੜਾ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਮੰਤਰ ਵਾਹਿਗੁਰੂ ਪ੍ਰਾਪਤ ਹੋਇਆ ਨਾ ਮਹਾਰਾਜ, ਉਹ ਜਪ ਲਈਏ। ਇਹ ਸਾਡੇ ਤੇ ਕਿਰਪਾ ਕਰੋ ਮਹਾਰਾਜ, ਸਾਡੇ ਤੇ ਆਪਣੀ ਪ੍ਰਸਾਦ ਕਿਰਪਾ ਕਰੋ। ਜਿਹੜਾ ਦੀਕਸ਼ਾ ਮੰਤਰ ਆਪ ਜੀ ਨੇ ਮੈਨੂੰ ਸਿੱਖੀ ਦੇਣ ਵੇਲੇ ਦਿੱਤਾ ਸੀ ਨਾ ਮਹਾਰਾਜ, ਜਦੋਂ ਸਿੱਖੀ ਦਿੰਦੇ ਨਾ ਹਜੂਰ ਚਰਨ ਪੌਲ ਦੇ ਕੇ ਨਾਲ ਗੁਰਮੰਤਰ ਦਿਆ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਪ੍ਰਪਾਟੀ ਸਤਿਗੁਰਾਂ ਚਲਾਈ ਤੇ ਪੰਜਾਂ ਪਿਆਰਿਆਂ ਨੂੰ ਅਧਿਕਾਰ ਦਿੱਤਾ। ਅੰਮ੍ਰਿਤ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਧ ਸੰਗਤ ਜੀ ਖੰਡੇ ਦੇ ਅੰਮ੍ਰਿਤ ਦੀ ਦਾਤ ਜਿਹੜੀ ਸੀ ਬਖਸ਼ਿਸ਼ ਕੀਤੀ। ਉਸ ਵਕਤ ਨਾਲ ਗੁਰਮੰਤਰ ਤੇ ਮੂਲ ਮੰਤਰ ਪੰਜ ਪਿਆਰੇ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ। ਜਿਹੜਾ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਦੀਕਸ਼ਾ ਮੰਤਰ ਲਿਆ ਹੈ ਨਾ ਮਹਾਰਾਜ, ਮੇਰੇ ਤੇ ਪ੍ਰਸਾਦ ਕਿਰਪਾ ਕਰ ਦਿਓ ਕਿ ਉਸ ਨਾਮ ਨੂੰ ਮੈਂ ਜਪ ਲਵਾਂ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਹਰ ਵੇਲੇ ਜਪ ਲਵਾਂ। ਮੇਰੇ ਤੇ ਪ੍ਰਸਾਦ ਕਿਰਪਾ ਕਰੋ। ਤਾਕੀ ਉਪਮਾ ਕਹੀ ਨਾ ਜਾਏ। ਹਜੂਰ ਕਹਿੰਦੇ ਉਸ ਵਾਹਿਗੁਰੂ ਦੀ ਉਪਮਾ ਜਿਹੜੀ ਹੈ ਸੰਪੂਰਨ ਤੌਰ ਤੇ ਗੁਰਸਿੱਖੋ ਕਹੀ ਨਹੀਂ ਜਾ ਸਕਦੀ। ਨਾਮ ਦੀ ਮਹਿਮਾ ਕੀ ਕਰਕੇ ਤੁਹਾਨੂੰ ਦੱਸੀਏ, ਕਿਉਂਕਿ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਨਾਨਕ ਰਹਿਆ ਸਰਬ ਸਮਾਏ। ਉਹ ਤਾਂ ਸਭ ਥਾਵਾਂ ਤੇ ਸਮਾ ਰਿਹਾ ਮੇਰਾ ਵਾਹਿਗੁਰੂ। ਉੱਚੀਆਂ ਨੀਵਿਆਂ ਦੇ ਅੰਦਰ ਮਹਾਰਾਜ ਕਹਿੰਦੇ ਨੇ, ਗਰੀਬਾਂ ਅਮੀਰਾਂ ਦੇ ਅੰਦਰ, ਮਾੜਿਆਂ ਚੰਗਿਆਂ ਦੇ ਅੰਦਰ, ਇਹ ਸਭ ਦੁੰਦਵਾਦ ਹੀ ਦਿਸਦਾ ਮਾਇਆ ਦੇ ਭਰਮ ਕਰਕੇ। ਸਭ ਥਾਵਾਂ ਤੇ ਵਾਹਿਗੁਰੂ ਆਪ ਹੀ ਸਮਾ ਰਿਹਾ ਏ। ਪ੍ਰਭ ਬਖਸ਼ੰਦ ਦੀਨ ਦਿਆਲ। ਮੇਰਾ ਪ੍ਰਭੂ ਬਖਸ਼ੰਦ ਹੈ, ਗਰੀਬਾਂ ਦੇ ਉੱਤੇ ਦਇਆ ਕਰਦਾ ਏ। ਤੂੰ ਅਮੀਰ ਨਾ ਬਣ, ਗਰੀਬ ਬਣ ਜਾ, ਅਧੀਨ ਹੋ ਜਾ, ਨਿਮਰਤਾ ਧਾਰਨ ਕਰ ਲੈ, ਕਿਉਂਕਿ ਵਾਹਿਗੁਰੂ ਸਦਾ ਹੀ ਬਖਸ਼ੰਦ ਹੈ। ਤੂੰ ਇਹ ਨਾ ਸੋਚ ਕਿ ਮੈਂ ਪਾਪ ਬੜੇ ਕੀਤੇ ਐ। ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਮੁੰਦਰ ਵਰਗੀ ਹੈ, ਤੇਰੇ ਪਾਪ ਤਾਂ ਛੋਟੀਆਂ ਜੀਆਂ ਬੂੰਦਾਂ ਵਰਗੇ ਐ। ਗੁਰੂ ਨਾਨਕ ਸਾਹਿਬ ਜੀ ਬਖਸ਼ ਲੈਣਗੇ। ਮਹਾਰਾਜ ਕਹਿੰਦੇ ਮੇਰਾ ਪ੍ਰਭੂ ਬਖਸ਼ੰਦ ਵੈ, ਗਰੀਬਾਂ ਦੇ ਉੱਤੇ ਦਇਆਲ, ਜਿਹੜਾ ਇਹਨਾਂ ਦਿਆਲੂ ਹੋ ਕਰਕੇ ਕਿਰਪਾ ਕਰਦਾ ਏ। ਭਗਤ ਵਤਸਲ ਸਦਾ ਕਿਰਪਾਲ। ਉਹ ਭਗਤ ਵਤਸਲ ਵੈ, ਭਗਤ ਨਾਲ ਪਿਆਰ ਕਰਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਭਗਤ ਵਤਸਲ ਸਦਾ ਕਿਰਪਾਲ। ਸਦਾ ਹੀ ਕਿਰਪਾਲੂ ਹੈ, ਕਿਰਪਾ ਦੀ ਆਲ ਉਹਨੂੰ ਆਦਤ ਹੈ ਕਿਰਪਾ ਕਰਨ ਦੀ। ਇੰਨਾ ਦਇਆਵਾਨ ਹੈ ਵਾਹਿਗੁਰੂ, ਇੰਨਾ ਮਿਹਰਬਾਨ ਹੈ ਵਾਹਿਗੁਰੂ, ਤੇ ਤੂੰ ਕਿਉਂ ਆਪਣੇ ਕਰਮਾਂ ਦਾ ਬੱਝਾ ਮਾਰ ਖਾ ਰਿਆਂ? ਫਿਰ ਪੂਰੇ ਗੁਰੂ ਜੀ ਦੀ ਸ਼ਰਨ ਚ ਆ ਕੇ ਗੁਰ ਮੰਤਰ ਨੂੰ ਜਪ ਲੈ। ਹੁਣ ਇੰਨੇ ਨਿਸ਼ਚੇ ਨਾਲ ਜਪ ਲੈ ਕਿ ਨਿਹਾਲ ਹੋ ਜਾਵੇਂਗਾ। ਸਤਿਗੁਰੂ ਜੀ ਕਹਿੰਦੇ ਉਹ ਤਾਂ ਕਿਰਪਾ ਦੇ ਕਰਨ ਵਾਲਾ ਹੈ, ਭਗਤ ਵਤਸਲ ਹੈ। ਅਨਾਥ ਨਾਥ ਗੋਬਿੰਦ ਗੋਪਾਲ। ਫਿਰ ਜਿਹਦਾ ਕੋਈ ਮਾਲਕ ਨਹੀਂ ਨਾ ਕਹੇ ਕਿ ਮਹਾਰਾਜ ਮੇਰਾ ਕੋਈ ਨਹੀਂ ਤੇਰੇ ਤੋਂ ਬਿਨਾ, ਉਹਦੀ ਬਾਂਹ ਫਿਰ ਗੁਰੂ ਨਾਨਕ ਸਾਹਿਬ ਪਕੜਦੇ ਆ। ਅਨਾਥ ਨਾਥ, ਅਨਾਥਾਂ ਦਾ ਉਹ ਨਾਥ ਮਾਲਕ ਹੈ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਨਾਥ ਨਾਥ ਗੋਬਿੰਦ ਗੋਪਾਲ। ਇੰਦਰੀਆਂ ਦਾ ਪ੍ਰਕਾਸ਼ਕ ਹੈ, ਪ੍ਰਿਥਵੀ ਦਾ ਪਾਲਕ ਹੈ ਉਹ ਵਾਹਿਗੁਰੂ। ਸਰਬ ਘਟਾ ਕਰਤ ਪ੍ਰਤਿਪਾਲ। ਸਾਰੇ ਘਟਾਂ ਸ਼ਰੀਰਾਂ ਦੀ, ਜਿੰਨੀਆਂ ਵੀ ਚਾਰ ਖਾਣੀਆਂ ਦੇ ਸ਼ਰੀਰ ਹਨ, ਸਭ ਦੀ ਪ੍ਰਤਪਾਲਣਾ ਵਾਹਿਗੁਰੂ ਆਪ ਕਰਦਾ। ਤੂੰ ਕਿਉਂ ਸੰਸੇ ਚ ਪਿਆ ਹੈ ਕਿ ਭੁੱਖਾ ਮਰ ਜਾਵੇਂਗਾ? ਸਾਰਿਆਂ ਘਟਾਂ ਸ਼ਰੀਰਾਂ ਦੀ ਪ੍ਰਤਪਾਲਣਾ ਉਹ ਆਪ ਕਰਦਾ ਏ। ਆਦ ਪੁਰਖ ਕਾਰਣ ਕਰਤਾਰ। ਉਹ ਆਦ ਵੈ, ਸਭ ਦਾ ਮੁੱਢ ਰੂਪ ਹੈ, ਪੁਰਖ ਪੂਰਨ ਮੈਂ, ਤੇ ਕਾਲ ਦਾ ਵੀ ਕਾਰਨ ਮੈਂ, ਤੱਤਾਂ ਦਾ ਵੀ ਕਾਰਨ ਹੈ, ਤੇਰੀ ਦੇਹ ਦਾ ਕਾਰਨ ਹੈ, ਤੇਰੇ ਪ੍ਰਾਣਾਂ ਦਾ ਕਾਰਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਆਦ ਪੁਰਖ ਕਾਰਣ ਕਰਤਾਰ। ਤੇ ਕਰਤਾਰ ਉਹਦੇ ਹੱਥ ਵਿੱਚ ਸਭ ਦੀ ਤਾਰ ਡੋਰ ਹੈ। ਜਿਹੜੀ ਸੱਤਾ ਰੂਪੀ ਡੋਰ ਵੈ ਨਾ, ਮਹਾਰਾਜ ਕਹਿੰਦੇ ਭਾਈ ਉਹਨੇ ਆਪਣੇ ਕਰ ਹੱਥ ਦੇ ਅੰਦਰ ਧਾਰਨ ਕੀਤੀ ਹੋਈ ਆ। ਭਗਤ ਜਨਾ ਕੇ ਪ੍ਰਾਨ ਆਧਾਰ। ਭਗਤਾਂ ਜਨਾਂ ਦੇ ਪ੍ਰਾਣਾਂ ਦਾ ਆਧਾਰ, ਆਸਰਾ ਹੀ ਵਾਹਿਗੁਰੂ ਆਪ ਹੈ। ਸਾਡੇ ਸਰੀਰ ਦਾ ਆਸਰਾ ਪ੍ਰਾਣ ਹਨ ਨਾ, ਸਵਾਸ ਬਣਾਏ ਹੋਏ ਆ। ਪਰ ਭਗਤ ਜਨ ਕਹਿੰਦੇ ਨਹੀਂ, ਪ੍ਰਾਣ ਨਹੀਂ, ਸਵਾਸ ਨਹੀਂ, ਵਾਹਿਗੁਰੂ ਹੈ ਸਾਡੇ ਸਰੀਰ ਦਾ ਆਸਰਾ।
ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਜ਼ਿੰਦਗੀ ਰੂਪ ਜਾਣਿਆ ਹੈ। ਜੋ ਜੋ ਜਪੈ ਸੋ ਹੋਏ ਪੁਨੀਤ। ਜਿਹੜਾ ਜਿਹੜਾ ਵੀ ਜਪੇਗਾ ਨਾ ਮੇਰੇ ਵਾਹਿਗੁਰੂ ਨੂੰ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪਵਿੱਤਰ 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 ਪੁਨੀਤ, ਉਹ ਪਵਿੱਤਰ ਤੋਂ ਪਵਿੱਤਰ ਹੋ ਜਾਵੇਗਾ ਵਾਹਿਗੁਰੂ ਜੀ ਨੂੰ ਜੋ ਮਨ ਲਾ ਕਰਕੇ ਜਪੇਗਾ। ਭਗਤ ਭਾਏ ਲਾਵੈ ਮਨ ਹੀਤ। ਪਰ ਗੱਲ ਇਹ ਹੈ ਕਿ ਭਾਵ ਭਗਤੀ ਵਿੱਚ ਜਦੋਂ ਆਪਣੇ ਮਨ ਦਾ ਹਿੱਤ ਲਾਵੇਗਾ ਨਾ, ਇਹ ਨਹੀਂ ਕਿ ਉਤੋਂ ਧਿਆਨ ਜਿਹੜਾ ਹੈ ਨਾ ਉਹ ਠੱਗੀਆਂ ਵਿੱਚ ਲੱਗਾ ਹੋਵੇ ਤੇ ਫਿਰ ਕਾਹੇ ਕੋ ਕੀਜੈ ਧਿਆਨ ਜਪੰਨਾ ਜਾ ਤੇ ਸੁਧ ਨਾਹੀ ਮਨ ਆਪਣਾ। ਜੇ ਮਨ ਦੀ ਸ਼ੁੱਧਤਾ ਦੇ ਸਹਿਤ ਹੀ ਤੂੰ ਨਾਮ ਨਹੀਂ ਜਪਣ ਲੱਗਾ ਤੇ ਫਿਰ ਕੀ ਧਿਆਨ ਲਾ ਕੇ ਜਪ ਰਿਹਾ? ਫਿਰ ਤਾਂ ਬਗਲੇ ਵਾਂਗੂ ਅੱਖਾਂ ਹੀ ਟਮਿਚ ਰਿਆ ਨਾ ਬਸ। ਫਿਰ ਤੇਰਾ ਉਹ ਧਿਆਨ ਲਾਇਆ ਕੀ ਹੋਊਗਾ? ਫਿਰ ਨਹੀਂ ਉਹ ਤੈਨੂੰ ਲਾਭ ਪ੍ਰਾਪਤ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਹਨ ਭਗਤ ਭਾਏ ਲਾਵੈ ਮਨ ਹੀਤ। ਭਗਤੀ ਦੇ ਭਾਵ ਪ੍ਰੇਮ ਵਿੱਚ ਆਪਣੇ ਮਨ ਦਾ ਹਿੱਤ ਲਾ ਲੈ, ਤੇ ਜਦੋਂ ਹਿੱਤ ਲਾ ਕਰਕੇ ਤੂੰ ਜਪਿਆ ਨਾ, ਜੋ ਜੋ ਜਪੈ ਸੋ ਹੋਏ ਪੁਨੀਤ। ਜਿਹੜਾ ਇੰਨਾ ਪਿਆਰ ਲਾ ਕਰਕੇ ਜਪੇਗਾ, ਜਿਹੜਾ ਜਿਹੜਾ ਵੀ ਜਪੇਗਾ ਉਹ ਪਵਿੱਤਰ ਹੋ ਜਾਵੇਗਾ। ਹਮ ਨਿਰਗੁਣਿਆਰ ਨੀਚ ਅਜਾਨ। ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰ, ਜਿਨ੍ਹਾਂ ਦੇ ਅੰਦਰ ਭਾਵ ਭਗਤੀ ਆ ਜਾਂਦੀ ਹੈ ਨਾ, ਹਰ ਵੇਲੇ ਨਾਮ ਜਪਦੇ ਆ, ਬੰਦਗੀ ਕਰਦੇ ਆ, ਪਰ ਫਿਰ ਵੀ ਕਹਿੰਦੇ ਹਮ ਨਿਰਗੁਣਿਆਰ। ਮਹਾਰਾਜ ਅਸੀਂ ਔਗਣਾਂ ਦੇ ਭਰੇ ਹੋਏ ਆ, ਇੰਨੇ ਔਗਣ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। हे ਸੱਚੇ ਪਾਤਸ਼ਾਹ ਮਹਾਰਾਜ, ਇਹੋ ਜੀ ਸਾਡੀ ਬੁਰੀ ਹਾਲਤ ਹੈ। ਨਾ ਹੋ ਜਤੀ ਸਤੀ ਨਹੀਂ ਮੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਮਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀਸਰਿਆ। ਹਮ ਨਿਰਗੁਣਿਆਰ। ਮਹਾਰਾਜ ਅਸੀਂ ਨਿਰਗੁਣਿਆਰ ਹਾਂ। ਫਿਰ ਨੀਚ ਆਜਾਨ। ਮਹਾਰਾਜ ਨੀਚ ਆ ਅਸੀਂ। ਕੰਚਨ ਨਾਰੀ ਮੈਂ ਜਿਉ ਲੁਭਤ ਹੈ, ਮੋਹ ਮੀਠਾ ਮਾਇਆ। ਇਹੋ ਜਿਹਾ ਮਹਾਰਾਜ ਸਾਡਾ ਹਾਲ ਹੈ। ਇਹ ਸਾਧ ਸੰਗਤ ਜੀ ਅੰਦਰੋਂ ਉਹਨਾਂ ਦੇ ਪ੍ਰੇਮ ਹੈ ਵਾਹਿਗੁਰੂ ਦੇ ਨਾਲ, ਇੰਨੀ ਨਿਮਰਤਾ ਧਾਰਨ ਕਰਦੇ ਆ, ਆਪਣੇ ਆਪ ਨੂੰ ਨੀਚ ਸਮਝਦੇ ਆ ਤੇ ਕਹਿੰਦੇ ਮਹਾਰਾਜ ਅਣਜਾਣ ਆ ਤੇਰੀ ਮਹਿਮਾ ਤੋਂ। ਵਾਹਿਗੁਰੂ ਦੀ ਮਹਿਮਾ ਨੂੰ ਜਾਣ ਲੈਂਦੇ ਆ ਕਿ ਏਡੀ ਵੱਡੀ ਮਹਿਮਾ ਹੈ ਕਿ ਇਸ ਨੂੰ ਸੰਪੂਰਨ ਤੌਰ ਤੇ ਨਹੀਂ ਜਾਣਿਆ ਜਾ ਸਕਦਾ, ਪਰ ਫਿਰ ਕਹਿੰਦੇ ਆ ਵਾਹਿਗੁਰੂ ਅਸੀਂ ਅਣਜਾਣ ਹਾਂ, ਔਗਣਾਂ ਦੇ ਭਰੇ ਹੋਏ ਆ, ਨੀਚ ਕਰਮ ਹਨ ਸਾਡੇ ਬੁਰੇ ਹਨ, ਇਹ ਨੀਚ ਕਰਮ ਹਰ ਮੇਰੇ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਇਹ ਸਭ ਥਾਵਾਂ ਤੇ ਪੂਰਨ ਵਾਹਿਗੁਰੂ, ਖਟ ਭਗਨ ਸੰਪੰਨ ਵਾਹਿਗੁਰੂ, ਮੈਂ ਤੇਰੀ ਸ਼ਰਨ ਪੈ ਗਿਆ, ਮੈਨੂੰ ਨੀਚ ਜਾਣ ਕੇ ਮੇਰੀ ਰੱਖਿਆ ਕਰ ਲੈ। ਮਹਾਰਾਜ ਮੈਨੂੰ ਔਗਣ ਹਾਰੇ ਨੂੰ ਜਾਣ ਕਰਕੇ ਬਚਾ ਲੈ, ਰੁੜਦੇ ਜਾਂਦੇ ਨੂੰ ਮੇਰੀ ਰੱਖਿਆ ਕਰਕੇ ਮੈਨੂੰ ਆਪਣੇ ਨਾਮ ਵਿੱਚ ਜੋੜ ਲਓ। ਐਸੀ ਮਹਾਰਾਜ ਮੇਰੇ ਤੇ ਕਿਰਪਾ ਕਰੋ। ਹਜੂਰ ਸਾਨੂੰ ਨਿਮਰਤਾ ਨਾਲ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਆ। ਸਰਬ ਬੈਕੁੰਠ ਮੁਕਤ ਮੋਖ ਪਾਏ। ਸਾਰੇ ਸਾਧ ਸੰਗਤ ਜੀ ਬੈਕੁੰਠ ਦੇ ਸੁੱਖ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਸੰਗਤ ਵਿੱਚ ਜੁੜ ਕੇ ਭਜਨ ਕਰਨ ਦੀ ਜਿਹੜੀ ਮਹਿਮਾ ਹੈ ਨਾ, ਉਹਦਾ ਫਲ ਦੱਸਦੇ ਆ ਸੱਚੇ ਪਾਤਸ਼ਾਹ। ਇਹ ਸਾਧ ਸੰਗਤ ਜੀ ਮਨੁੱਖਾ ਦਿਮਾਗ ਇੱਥੇ ਹਾਰ ਜਾਂਦਾ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਅਗਮ ਹੈ। ਆਪਾਂ ਸੁਣ ਕਰਕੇ ਜਿਹਨੇ ਸਤਸੰਗਤ ਨਹੀਂ ਨਾ ਕੀਤੀ, ਜਿਹਨੂੰ ਪ੍ਰੀਤ ਨਹੀਂ ਲੱਗੀ, ਉਹ ਵਿਸ਼ਵਾਸ ਹੀ ਨਹੀਂ ਮਨ ਕਰਦਾ। ਕਹਿੰਦੇ ਇੰਨਾ ਫਲ ਇਹ ਕਿਵੇਂ ਹੋ ਸਕਦਾ ਹੈ? ਸਰਬ ਬੈਕੁੰਠ ਮੁਕਤ ਮੋਖ ਪਾਏ। ਸਾਰੇ ਬੈਕੁੰਠ ਦੇ ਸੁੱਖ ਤੇ ਸਾਰੀਆਂ ਜਿੰਨੀਆਂ ਚਾਰ ਮੁਕਤੀਆਂ ਹਨ, ਕੇਵਲ ਮੋਕਸ਼ ਮਹਾਰਾਜ ਕਹਿੰਦੇ ਉਹ ਪਾ ਲਈਦੀ ਹੈ। ਕਿਵੇਂ ਪਾ ਲਈਦੀ ਹੈ? ਵੇਖੋ ਸਤਿਗੁਰੂ ਜੀ ਅਗਲੀ ਪੰਕਤੀ 'ਚ ਦੱਸਦੇ ਹਨ। ਏਕ ਨਿਮਖ ਹਰ ਕੇ ਗੁਣ ਗਾਏ। ਇੱਕ ਨਿਮਖ ਮਾਤਰ ਜੇ ਪ੍ਰੇਮ ਦੀ ਰੀਤ ਵਿੱਚ ਵਾਹਿਗੁਰੂ ਨਿਕਲ ਜਾਵੇ ਨਾ ਮੁਖ ਤੋਂ, ਇੱਕ ਨਿਮਖ ਅੱਖ ਦੇ ਖੋਲਣ ਤੇ ਬੰਦ ਕਰਨ ਦਾ ਸਮਾਂ ਹੈ। ਏਕ ਨਿਮਖ ਹਰ ਕੇ ਗੁਣ ਗਾਏ। ਜੇ ਮੇਰੇ ਵਾਹਿਗੁਰੂ ਦੇ ਹਰੀ ਦੇ ਗੁਣ ਗਾ ਲਏ ਨਾ ਇੱਕ ਨਿਮਖ ਮਾਤਰ ਪ੍ਰੀਤ ਦੀ ਰੀਤ ਵਿੱਚ ਜੁੜ ਕਰਕੇ, ਤਾਂ ਫਿਰ ਕੀ ਮਿਲਦਾ ਫਲ? ਸਰਬ ਬੈਕੁੰਠ ਮੁਕਤ ਮੋਖ ਪਾਏ। ਸਾਰੇ ਬੈਕੁੰਠ ਦੇ ਸੁੱਖ। ਬੈ ਦਾ ਅਰਥ ਹੈ ਦਵੈਤ, ਕੁੰਠ ਦਾ ਅਰਥ ਹੈ ਰੁਕਣਾ। ਉਹਦੀ ਦਵੈਤ ਰੁਕ ਜਾਂਦੀ, ਅੰਦਰ ਦਵੈਤ ਨਹੀਂ ਰਹਿੰਦੀ ਫਿਰ ਉਸਦੇ। ਤੇ ਸਾਧ ਸੰਗਤ ਜੀ ਜਿਹੜੀਆਂ ਚਾਰ ਮੁਕਤੀਆਂ ਨਾ, ਸ਼ਲੋਕ ਮੁਕਤੀ ਹੈ, ਸਰੂਪ ਮੁਕਤੀ ਹੈ, ਤੇ ਸਮੀਪ ਮੁਕਤੀ ਹੈ, ਸੁਜੁਜ ਮੁਕਤੀ ਹੈ, ਤੇ ਇਹ ਕੇਵਲ ਮੁਕਤੀ ਫਿਰ ਮੰਨੀ ਹੈ। ਜਿਹੜੀ ਸ਼ਲੋਕ ਮੁਕਤੀ ਹੈ ਨਾ, ਆਪਣੇ ਇਸ਼ਟ ਦੇਵ ਦੇ ਲੋਕ ਵਿੱਚ ਵਾਸਾ ਪ੍ਰਾਪਤ ਹੋ ਜਾਣਾ, ਇਹਨੂੰ ਸ਼ਲੋਕ ਮੁਕਤੀ ਕਹਿੰਦੇ। ਸਮੀਪ ਮੁਕਤੀ ਉਹਨੂੰ ਕਹਿੰਦੇ ਆਪਣੇ ਇਸ਼ਟ ਦੇਵ ਦੇ ਕੋਲ ਵਸਣਾ ਹਰ ਵੇਲੇ।
ਉਹਨੂੰ ਸਮੀਪ ਮੁਕਤੀ ਕਹਿੰਦੇ। ਤੇ ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੀ ਸਰੂਪ ਮੁਕਤੀ ਹੈ, ਆਪਣੇ ਇਸ਼ਟ ਦੇਵ ਦੇ ਸਰੂਪ ਦਾ ਪ੍ਰਾਪਤੀ ਹੋ ਜਾਣੀ, ਇਸ਼ਟ ਦੇਵ ਵਾਲਾ ਰੂਪ ਪ੍ਰਾਪਤ ਹੋ ਜਾਣਾ, ਉਹਨੂੰ ਸਰੂਪ ਮੁਕਤੀ ਕਹਿੰਦੇ ਆ। ਤੇ ਫਿਰ ਸਾਧ ਸੰਗਤ ਜੀ ਜਿਹੜੀ ਸੰਯੋਜ ਮੁਕਤੀ ਹੈ, ਆਪਣੇ ਇਸ਼ਟ ਦੇਵ ਦੇ ਹਰ ਵੇਲੇ ਸੰਗੀ ਹੋ ਜਾਣਾ, ਹਰ ਵੇਲੇ ਕੋਲ ਵਸਣਾ, ਇਹ ਸੰਯੋਜ ਮੁਕਤੀ ਹੈ। ਤੇ ਜਿਹੜੀ ਕੈਵਲ ਮੁਕਤੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਕੈਵਲ ਮੁਕਤੀ ਹੈ। ਕੈਵਲ ਮੁਕਤੀ ਜਿਹਨੂੰ ਪ੍ਰਾਪਤ ਹੁੰਦੀ ਹੈ ਨਾ, ਉਹ 1000 ਰੂਪ ਧਾਰ ਕੇ 1000 ਕੰਮ ਕਰ ਸਕਦਾ ਹੈ, ਜਿਹਨੂੰ ਕੈਵਲ ਮੁਕਤੀ ਪ੍ਰਾਪਤ ਹੁੰਦੀ। ਪਰ ਸੰਸਾਰ ਦੀ ਉਤਪਤੀ ਤੇ ਲੈਤਾ ਫਿਰ ਵੀ ਉਹਦੇ ਹੱਥ 'ਚ ਨਹੀਂ ਹੁੰਦੀ, ਉਹ ਪਰਮੇਸ਼ਰ ਦੇ ਹੱਥ ਵਿੱਚ ਹੈ। ਜਿਵੇਂ ਪਾਣੀ ਦੇ ਵਿੱਚ ਲੂਣ ਘੁਲ ਜਾਂਦਾ ਨਾ, ਤੇ ਲੂਣ ਦਾ ਵੱਖਰਾ ਵਜੂਦ ਦਿਸਦਾ ਨਹੀਂ, ਦਿਖਾਈ ਨਹੀਂ ਦਿੰਦਾ, ਪਾਣੀ ਦੇ ਰੂਪ 'ਚ ਹੀ ਘੁਲ ਜਾਂਦਾ। ਪਰ ਥੋੜਾ ਫਰਕ ਹੁੰਦਾ ਹੈ। ਉਹ ਕਿਹੜਾ ਹੁੰਦਾ? ਚਖਣ ਤੋਂ ਪਤਾ ਲੱਗਦਾ ਵੀ ਇਹਦੇ 'ਚ ਲੂਣ ਹੈ। ਇਵੇਂ ਕੈਵਲ ਮੁਕਤੀ ਵਾਲੇ ਵਾਹਿਗੁਰੂ ਦਾ ਰੂਪ ਹੋ ਜਾਂਦੇ ਹੈ, ਪਰ ਸੰਸਾਰ ਦੀ ਉਤਪਤੀ ਤੇ ਲੈਤਾ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਹ ਸਾਰੀਆਂ ਮੁਕਤੀਆਂ ਤੇ ਬੈਕੁੰਠ ਦੇ ਸਾਰੇ ਸੁੱਖ ਇਹ ਛੋਟੀ ਬਾਤ ਨਹੀਂ ਹੈ। ਤੇ ਫਲ ਕਿੰਨੇ ਸਮੇਂ 'ਚ ਪ੍ਰਾਪਤ ਹੋ ਰਿਹਾ ਹੈ? ਏਕ ਨਿਮਖ ਹਰ ਕੇ ਗੁਣ ਗਾਏ। ਇੱਕ ਨਿਮਖ ਮਾਤਰ ਵਾਹਿਗੁਰੂ ਦੇ ਗੁਣ ਜੇ ਪਿਆਰ ਦੇ ਵਿੱਚ ਭਿੱਜ ਕਰਕੇ ਗਾ ਲਏ ਨਾ, ਏਕ ਚਿੱਤ ਜਹ ਏਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਦਸਮ ਬਾਣੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਧ ਸੰਗਤ ਜੀ ਸੁਮੇਲ ਹੁੰਦਾ ਹੈ। ਜਦੋਂ ਸੱਚੇ ਪਾਤਸ਼ਾਹ ਜੀ ਦੇ ਅਧਿਆਤਮਕ ਆਪਾਂ ਉਪਦੇਸ਼ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ ਨਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਸਾਨੂੰ ਇੱਕ ਸਰੂਪ ਤੇ ਸਮੇਂ ਪ੍ਰਤੀਤ ਹੁੰਦੀ ਆ, ਉਹਨੇ ਉੱਚੇ ਮੰਡਲਾਂ ਤੇ ਜਾ ਕਰਕੇ। ਤਾਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਭਾਈ ਸਾਰੀ ਉਹਨਾਂ ਦੀ ਦਵੈਤ ਕੁੰਠ ਰੁਕ ਜਾਂਦੀ ਹੈ, ਸਾਰੀਆਂ ਮੁਕਤੀਆਂ ਕੈਵਲ ਮੋਖ ਨੂੰ ਉਹ ਪਾ ਲੈਂਦੇ ਆ, ਜਿਹੜੇ ਇੱਕ ਨਿਮਖ ਮਾਤਰ ਵਾਹਿਗੁਰੂ ਨੂੰ ਪਿਆਰ ਨਾਲ ਜਪ ਲੈਂਦੇ ਆ। ਅਨਕ ਰਾਜ ਭੋਗ ਵਡਿਆਈ, ਇੱਕ ਰਾਜ ਨਹੀਂ, ਅਨਕ ਰਾਜ, ਅਨੇਕਾਂ ਹੀ ਦੇਸ਼ਾਂ ਦੇ ਰਾਜ, ਚੱਕਰਵਰਤੀ ਬਾਦਸ਼ਾਹ ਮਹਾਰਾਜ ਕਹਿੰਦੇ ਉਹਨਾਂ ਨੂੰ ਉਹ ਸੁੱਖ ਨਹੀਂ ਹੁੰਦਾ। ਅਨਕ ਰਾਜ ਭੋਗ ਵਡਿਆਈ, ਪਦਾਰਥਾਂ ਦੇ ਭੋਗਣ ਨੂੰ। ਤੇ ਫਿਰ ਸਾਧ ਸੰਗਤ ਜੀ ਸਾਰੀਆਂ ਹੀ ਵਡਿਆਈਆਂ ਦੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ। ਕਦੋਂ ਹੁੰਦੀਆਂ? ਮਹਾਰਾਜ ਦੱਸਦੇ ਹਨ, ਹਰ ਕੇ ਨਾਮ ਕੀ ਕਥਾ ਮਨ ਕਹਾਈ। ਜਦੋਂ ਮੇਰੇ ਵਾਹਿਗੁਰੂ ਦੇ ਨਾਮ ਦੀ ਕਥਾ ਮਨ ਵਿੱਚ ਭਾ ਗਈ, ਤੇ ਜੇ ਕਰਕੇ ਕਦੇ ਚੌਂਕੜਾ ਨਾ ਲੱਗੇ, ਕਦੇ ਢੋਲ ਲਾ ਲਈ, ਕਦੇ ਅਬਾਸੀਆਂ ਮਾਰ ਲਈਆਂ, ਕਦੇ ਕਥਾ ਸੁਣਦਿਆਂ ਗੱਲਾਂ ਕਰ ਲਈਆਂ, ਤੇ ਫਿਰ ਤਾਂ ਨਹੀਂ ਵਡਿਆਈ ਪ੍ਰਾਪਤ ਹੋਣੀ। ਹਰ ਕੇ ਨਾਮ ਕੀ ਕਥਾ ਮਨ ਭਾਈ, ਜਦੋਂ ਮੇਰੇ ਵਾਹਿਗੁਰੂ ਦੇ ਨਾਮ ਦੀ ਕਥਾ, ਨਾਮ ਦੀ ਉਸਤਤ ਮਨ ਵਿੱਚ ਭਾ ਗਈ ਨਾ, ਪਿਆਰ ਲੱਗਾ ਕਥਾ ਦੇ ਸੁਣਨ ਨੂੰ, ਕਿ ਚਲੀਏ ਕਥਾ ਸੁਣੀਏ, ਇੱਕ ਸ਼ਬਦ ਦਾ ਕੀਰਤਨ ਸੁਣ ਕੇ ਮਨ ਨੂੰ ਟਿਕਾਵਾਂਗੇ, ਫਿਰ ਕਥਾ ਸੁਣਾਂਗੇ। ਪਰ ਇਹ ਕੀ ਕਿ ਕਥਾ ਵਿੱਚ ਹੀ ਦੌੜੇ ਦੌੜੇ ਆਏ, ਤੇ ਕਥਾ ਵੀ ਸੁਣਨ ਵਿੱਚ ਆਉਂਦਿਆਂ ਆਉਂਦਿਆਂ ਟਿਕਦਿਆਂ ਟਿਕਦਿਆਂ ਮਨ ਨੂੰ 15-20 ਮਿੰਟ ਲੱਗ ਜਾਂਦੇ ਆ। ਫਿਰ ਵੀ ਕਥਾ ਦੇ ਸੁਣਨ ਲਈ ਜਗਿਆਸੂ ਪਹਿਲਾਂ ਹੀ ਤਿਆਰੀ ਕਰਕੇ ਬੈਠੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਮਨ ਵਿੱਚ ਭਾ ਗਈ ਹੈ, ਮਨ ਦੇ ਅੰਦਰ ਮਹਾਰਾਜ ਦੀ ਕਥਾ ਮਿੱਠੀ ਲੱਗੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ, ਪਿਛਲੀ ਪੰਕਤੀ ਫਿਰ ਪੜੋ, ਅਨੇਕ ਰਾਜ ਭੋਗ ਵਡਿਆਈ। ਉਹਨੂੰ ਅਨੇਕਾਂ ਹੀ ਰਾਜ ਦੇ ਸੁੱਖ, ਅਨੇਕਾਂ ਹੀ ਪਦਾਰਥਾਂ ਦੇ ਭੋਗਣ ਦੇ ਸੁੱਖ, ਸਾਰੀਆਂ ਹੀ ਸੰਸਾਰ ਦੀਆਂ ਵਡਿਆਈਆਂ, ਕਿ ਸਾਰਾ ਸੰਸਾਰ ਹੀ ਜੇ ਜੈ ਜੈਕਾਰ ਕਰੇ, ਹਾਰ ਗਲਾਂ 'ਚ ਪਾਏ, ਤੇ ਕਿੱਡੀ ਵਡਿਆਈ ਹੈ। ਮਹਾਰਾਜ ਕਹਿੰਦੇ ਉਹ ਸਾਰੀਆਂ ਹੀ ਵਡਿਆਈਆਂ ਪ੍ਰਾਪਤ ਹੋ ਗਈਆਂ ਉਸ ਨੂੰ। ਹਰ ਕੇ ਨਾਮ ਕੀ ਕਥਾ ਮਨ ਕਹਾਈ। ਵਾਹਿਗੁਰੂ ਦੇ ਨਾਮ ਦੀ ਕਥਾ ਜਿਹਦੇ ਮਨ ਦੇ ਅੰਦਰ ਭਾ ਗਈ, ਪਿਆਰੀ ਲੱਗੀ ਆ। ਬਹੁ ਭੋਜਨ ਕਾ ਪਰ ਸੰਗੀਤ। ਫਿਰ ਮਹਾਰਾਜ ਕਹਿੰਦੇ ਬਹੁਤ ਜ਼ਿਆਦੇ ਭੋਜਨਾਂ ਦੇ ਕਈਆਂ ਨੂੰ ਖਾਣ ਨੂੰ ਚੇਸ਼ਟਾ ਲੱਗੀ ਰਹਿੰਦੀ ਹੈ, ਕਿ ਉਹ ਖਾ ਲਈਏ, ਆਹ ਖਾ ਲਈਏ, ਖਾਣ ਦਾ ਹੀ ਲੱਭ ਚਿੰਬੜਿਆ ਰਹਿੰਦਾ ਹੈ। ਤੇ ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣ ਦਾ ਸ਼ੌਂਕ ਹੁੰਦਾ ਹੈ, ਕਿ ਆਹ ਮੈਂ ਕੱਪੜੇ ਪਾਵਾਂ। ਕਈਆਂ ਨੇ ਤਾਂ ਆਪਣੀਆਂ ਅਲਮਾਰੀਆਂ ਹੀ ਭਰ ਛੱਡੀਆਂ ਹੁੰਦੀਆਂ, ਰੋਜ਼ ਰੋਜ਼ ਵੀ ਇੱਕ ਪਾਉਣ ਨੂੰ ਮੁੱਕਦਾ ਨਹੀਂ, ਕਈਆਂ ਨੂੰ ਪਾਉਣ ਨੂੰ ਹੀ ਨਹੀਂ ਪ੍ਰਾਪਤ ਹੁੰਦੇ। ਤੇ ਫਿਰ ਕਈ ਸੰਗੀਤ ਦੇ ਸੁਣਨ ਵਿੱਚ ਬੜੇ ਚਾਹਵਾਨ ਹੁੰਦੇ ਆ, ਕਿ ਫਲਾਨਾ ਗਾਣਾ ਆਇਆ ਉਹ ਸੁਣ ਲਈਏ, ਆਹ ਸੁਣ ਲਈਏ, ਬਹੁਤ ਸੁਣਨ ਦੀ ਚੇਸ਼ਟਾ ਫੁਰਦੀ ਰਹਿੰਦੀ ਹੈ।
ਹਜੂਰ ਫਰਮਾਉਂਦੇ ਹਨ, ਬਹੁ ਭੋਜਨ ਕਾ ਪਰ ਸੰਗੀਤ। ਬਹੁਤ ਸਾਰੇ 36 ਪ੍ਰਕਾਰ ਦੇ ਭੋਜਨ ਖਾਣ ਦਾ ਰਸ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣ ਦਾ ਜਿਹੜਾ ਸੁੱਖ ਹੈ ਉਹ ਵੀ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੋ ਜਾਂਦਾ ਹੈ। ਤੇ ਸਾਰੇ ਸੰਗੀਤ ਜਿਵੇਂ ਇਕੱਠੇ ਹੀ ਸੁਣ ਲਈਏ ਤੇ ਇੰਨਾ ਆਨੰਦ ਝਰਨਾਟਾਂ ਛਿੜ ਜਾਣ, ਉਹ ਸੰਗੀਤ ਦੇ ਸੁਣਨ ਦਾ ਵੀ ਆਨੰਦ ਮਹਾਰਾਜ ਕਹਿੰਦੇ ਆ ਜਾਂਦਾ। ਕਦੋਂ ਆਉਂਦਾ ਮਹਾਰਾਜ ਦੱਸਦੇ ਹਨ, ਰਸਨਾ ਜਪਤੀ ਹਰ ਹਰ ਨੀਤ। ਜਦੋਂ ਰਸਨਾ ਜਪਦੀ ਹੈ ਵਾਹਿਗੁਰੂ 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 ਵਾਹਿਗੁਰੂ, ਇਉਂ ਰਸਨਾ ਜਪਤੀ ਹਰ ਹਰ ਨੀਤ। ਨਿਤਾ ਪ੍ਰਤੀ ਜਦੋਂ ਰਸਨਾ ਜਪਦੀ ਹੈ ਨਾ ਵਾਹਿਗੁਰੂ ਵਾਹਿਗੁਰੂ, ਜਾਣੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਸਾਰੇ ਭੋਜਨ ਖਾ ਲਏ। ਤੇ ਕਈ ਕਿੰਨੇ ਯਤਨ ਕਰਦੇ ਆ ਕਿ ਭਈ ਉਹ ਫਲਾਣੇ ਦੇਸ਼ ਦੀ ਆ ਜਿਹੜੀ ਨਾ ਉਹ ਡਿਸ਼ ਬੜੀ ਮਸ਼ਹੂਰ ਆ ਉਹ ਖਾਈਏ ਜਾ ਕੇ। ਕਈ ਅਮੀਰ ਜਿਹੜੇ ਆ ਸੁਣਿਆ ਕਹਿੰਦੇ ਕਈ ਸ਼ੇਖ ਦੁਬਈ ਤੋਂ ਜਿਹੜੇ ਆ ਉਹ ਬੰਬਈ ਖਾਣਾ ਖਾਣ ਆਉਂਦੇ ਆ ਜਹਾਜ਼ ਤੇ, ਆਪਣੇ ਜਹਾਜ਼ ਨੂੰ ਲੈ ਕੇ। ਇੰਨੇ ਅਮੀਰ ਆ, ਆਪਣੇ ਪ੍ਰਾਈਵੇਟ ਜੱਟ ਰੱਖੇ ਹੋਏ ਆ, ਬੰਬੇ ਸ਼ਾਮ ਦਾ ਖਾਣਾ ਖਾ ਕੇ ਫਿਰ ਮੁੜ ਜਾਂਦੇ ਆ। ਤੇ ਆਪਣੇ ਵਾਸਤੇ ਬੜੀ ਅਚਰਜ ਗੱਲ ਹੈ, ਦੁਬਈ ਤੋਂ ਉੱਡ ਕੇ ਸ਼ਾਮ ਨੂੰ ਰੋਟੀ ਖਾ ਕੇ ਫਿਰ ਇੱਥੋਂ ਮੁੜ ਜਾਂਦੇ ਆ। ਅਸੀਂ ਅਚਰਜ ਸਮਝਦੇ ਆ, ਪਰ ਜਿਹੜਾ ਅਮੀਰ ਆ ਉਹਨੂੰ ਤਾਂ ਕੋਈ ਫਰਕ ਨਹੀਂ ਹੈ ਨਾ। ਪਰ ਰਸਨਾ ਜਪਤੀ ਹਰ ਹਰ ਨੀਤ, ਜਿਹਦੀ ਰਸਨਾ ਜਪਦੀ ਆ ਵਾਹਿਗੁਰੂ ਵਾਹਿਗੁਰੂ, ਉਹਨੇ ਸਭ ਦਵਾਈਆਂ ਦੇ, ਸਭ ਬੰਬਈਆਂ ਦੇ, ਸਭ ਖਾਣਿਆਂ ਦੇ ਰਸ ਇੱਕੇ ਵਾਰ ਹੀ ਪਾ ਲਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰੇ ਕੱਪੜੇ, ਇਹ ਕਈਆਂ ਦੇਸ਼ਾਂ ਦੇ ਜਿਹੜੇ ਸਾਧ ਸੰਗਤ ਜੀ ਸ਼ੌਕੀਨ ਲੋਕ ਹੁੰਦੇ ਆ ਨਾ, ਉਹਨਾਂ ਨੂੰ ਪਤਾ ਹੁੰਦਾ ਫਲਾਣੇ ਦੇਸ਼ ਦੀ ਜੁੱਤੀ ਬੜੀ ਮਸ਼ਹੂਰ ਹੈ, ਫਲਾਣੇ ਦੇਸ਼ ਦਾ ਆਹ ਕੱਪੜਾ ਬੜਾ ਮਸ਼ਹੂਰ ਹੈ, ਉਹਦੇ ਪਾਉਣ 'ਚ ਅਮੀਰ ਸ਼ੌਕੀਨ ਜਿਹੜੇ ਆ ਉਹ ਬੜਾ ਸ਼ੌਂਕ ਰੱਖਦੇ ਆ। ਪਰ ਮਹਾਰਾਜ ਕਹਿੰਦੇ ਭਗਤਾਂ ਨੂੰ ਉਹ ਵੀ ਸੁੱਖ ਸਾਰੇ ਪ੍ਰਾਪਤ ਹੋ ਜਾਂਦੇ। ਫਿਰ ਕਈ ਸੰਗੀਤਕਾਰਾਂ ਦੇ ਸੁਣਨ 'ਚ ਬੜੇ ਬੜੇ ਪੈਸੇ ਖਰਚ ਕੇ ਵੱਡੇ ਵੱਡੇ ਸੰਗੀਤਕਾਰਾਂ ਨੂੰ ਬੁਲਾਉਂਦੇ ਆ। ਤੇ ਕਈ ਬੜੀਆਂ ਝਾਲਰਾਂ ਜੀਆਂ ਲਾ ਕੇ, ਉਦੋਂ ਸਿੱਖ ਹੁੰਦੇ ਆ ਨਾਲੇ ਝਾਲਰਾਂ ਲਾ ਲੈਂਦੇ ਆ, ਦਾੜੀ ਕੱਟੀ ਹੁੰਦੀ ਆ ਨਾਲ ਹੋਰ ਹੀ ਪਖੰਡ ਜਿਹਾ ਬਣਾ ਲੈਂਦੇ। ਤੇ ਕਈ ਬੜੀਆਂ ਸਭਾਵਾਂ ਲਾ ਲਾ ਕੇ ਉਹਨਾਂ ਦੇ ਸੰਗੀਤ ਸੁਣਦੇ ਆ। ਤੇ ਇੱਕ ਕਿਤੇ ਗੱਲ ਸੰਸਾਰ ਦੀ ਮਿੱਥਿਆ ਰੂਪ ਕਹਿ ਦੇਣ ਤੇ ਆਹਾ ਆਹਾ ਕਰਦੇ, ਬੜਾ ਉਹਦਾ ਜਿਹੜਾ ਨਾ ਸਿਫਤ ਕਰਦੇ। ਪਰ ਸਤਿਗੁਰੂ ਜੀ ਦੀ ਬਾਣੀ 'ਚ ਇੰਨੇ ਗੁਣ ਨੇ, ਇੰਨੇ ਸੁੱਖ ਨੇ, ਇੱਥੇ ਆ ਕਰਕੇ ਮਰੀ ਜਾਂਦੇ ਉਹਨਾਂ ਦੇ ਮਨ। ਇੱਥੇ ਨਹੀਂ ਮਨ 'ਚੋਂ ਆਹਾ ਨਹੀਂ ਨਿਕਲਦਾ, ਵਾਹ ਵਾਹ ਨਹੀਂ ਮਨ ਇੱਥੇ ਕਹਿੰਦਾ। ਇੱਥੇ ਮਨ ਮਰਿਆ ਹੀ ਹੁੰਦਾ, ਕਿਉਂਕਿ ਰਸਨਾ ਨਹੀਂ ਜਪਦੀ, ਸ਼ੌਂਕ ਨਹੀਂ ਲੱਗਾ। ਜਿਨ੍ਹਾਂ ਦੀ ਰਸਨਾ ਜਪਦੀ ਹੈ ਵਾਹਿਗੁਰੂ ਵਾਹਿਗੁਰੂ, ਮਹਾਰਾਜ ਕਹਿੰਦੇ ਉਹਨੇ ਸਾਰੇ ਖਾਣਿਆਂ ਦੇ ਸੁੱਖ ਭੋਗ ਲਏ, ਸਾਰੇ ਕੱਪੜਿਆਂ ਦੇ ਸੁੱਖ ਭੋਗ ਲਏ, ਸਾਰੀ ਦੁਨੀਆ ਦਾ ਕੀ ਸਾਰੇ ਬਕੁੰਠ ਦੇ ਵੀ ਮਹਾਰਾਜ ਕਹਿੰਦੇ ਸੰਗੀਤ ਸੁਣ ਲਏ। ਉਹਨੂੰ ਇਕੱਠਾ ਹੀ ਆਨੰਦ ਆ ਗਿਆ ਜਿੰਨੇ ਜਪਿਆ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ, ਸਾਰੇ ਸੁੱਖ ਪਾ ਲਏ ਹਨ। ਭਲੀ ਸੋ ਕਰਨੀ ਸੋ ਕਹਾ ਧਨਵੰਤ। ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਭਲੀ ਹੈ ਸ੍ਰੇਸ਼ਟ ਕਰਨੀ, ਤੇ ਸਾਰੀ ਸੋਭਾ ਉਹਨਾਂ ਨੂੰ ਮਿਲਦੀ ਹੈ। ਬੜੇ ਹੀ ਧਨਵਾਨ ਹਨ, ਅਮੀਰ ਹਨ। ਉਹ ਕੌਣ? ਮਹਾਰਾਜ ਅਗਲੀ ਪੰਕਤੀ 'ਚ ਦੱਸਦੇ ਨੇ, ਹਿਰਦਾ ਬਸਾ ਪੂਰਨ ਗੁਰਮੰਤ। ਜਿਨ੍ਹਾਂ ਦੇ ਹਿਰਦੇ ਅੰਦਰ ਪੂਰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਮੰਤਰ ਵਸ ਗਿਆ ਨਾ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਪਿਛਲੀ ਪੰਕਤੀ ਵਾਲੀ ਫਿਰ ਪੜੋ, ਭਲੀ ਸੋ ਕਰਨੀ ਸੋ ਕਹਾ ਧਨਵੰਤ। ਉਹਨਾਂ ਦੀ ਭਲੀ ਕਰਨੀ ਹੈ ਨਾ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਮੰਤਰ ਵਸ ਗਿਆ। ਸਾਰਿਆਂ ਤੋਂ ਵੱਧ ਕੇ ਸ੍ਰੇਸ਼ਟ ਕਰਨੀ ਉਹਨਾਂ ਨੇ ਕਰ ਲਈ ਜਿਨ੍ਹਾਂ ਨੇ ਗੁਰਮੰਤਰ ਜਪ ਲਿਆ। ਭਲੀ ਸੋ ਕਰਨੀ ਸੱਚੇ ਪਾਤਸ਼ਾਹ ਕਹਿੰਦੇ ਨੇ, ਭਲੀ ਸੋ ਕਰਨੀ ਸੋ ਕਹਾ ਧਨਵੰਤ। ਉਹਨਾਂ ਦੀ ਸੋਭਾ ਸਾਰੇ ਯੁੱਗਾਂ ਦੇ ਅੰਦਰ ਹੁੰਦੀ ਰਹਿੰਦੀ ਹੈ। ਉਹਨਾਂ ਦੀ ਸੋਭਾ ਸਾਧ ਸੰਗਤ ਜੀ ਲੋਕ ਪਰਲੋਕ ਵਿੱਚ ਹੁੰਦੀ ਰਹਿੰਦੀ ਹੈ। ਤੇ ਵੱਡੇ ਹੀ ਧਨਵੰਤ ਹਨ, ਕਿਉਂਕਿ ਗੁਰਮੰਤਰ ਨਾਲ ਜਿਹੜੀ ਚੀਜ਼ ਵੀ ਚਾਹਣ ਉਹ ਪ੍ਰਗਟ ਕਰ ਲੈਂਦੇ। ਮਹਾਰਾਜ ਕਹਿੰਦੇ ਭਾਈ ਉਹ ਵੱਡੇ ਧਨਵੰਤ ਹਨ, ਅਮੀਰ ਹਨ। ਹਿਰਦਾ ਬਸਾ ਪੂਰਨ ਗੁਰਮੰਤ। ਪੂਰੇ ਗੁਰੂ ਜੀ ਦਾ ਗੁਰਮੰਤਰ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਏ। ਸਾਧ ਸੰਗ ਪ੍ਰਭ ਦੇਹੋ ਨਿਵਾਸ। ਮਹਾਰਾਜ ਇਹ ਦਾਤ ਕਿੱਥੋਂ ਪ੍ਰਾਪਤ ਹੁੰਦੀ ਹੈ?
ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਸਾਧੂਆਂ ਦੀ ਸੰਗਤ ਵਿੱਚੋਂ ਇਹ ਦਾਤ ਪ੍ਰਾਪਤ ਹੁੰਦੀ ਹੈ, ਗੁਰੂ ਨਾਨਕ ਸਾਹਿਬ ਦੇ ਗੁਰ ਮੰਤਰ ਦੀ ਪ੍ਰੀਤ ਦੀ। ਤੇ ਅਰਦਾਸ ਕਰਕੇ ਮੰਗ ਲਓ। ਇਹ 20ਵੀਂ ਅਸ਼ਟਪਦੀ ਵਿੱਚ ਮਹਾਰਾਜ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਫਰਮਾਉਂਦੇ ਹਨ। ਸਾਧ ਸੰਗ ਪ੍ਰਭ ਦੇਹੋ ਨਿਵਾਸ। ਹੇ ਪ੍ਰਭੂ, ਹੇ ਵਾਹਿਗੁਰੂ, ਸਾਨੂੰ ਸਾਧੂਆਂ ਦੀ ਸੰਗਤ ਵਿੱਚ ਨਿਵਾਸ ਬਖਸ਼ ਦਿਓ, ਸਤ ਸੰਗੀਆਂ ਦੀ ਸੰਗਤ ਵਿੱਚ ਨਿਵਾਸ ਬਖਸ਼ ਦਿਓ। ਹਜੂਰ ਜਦੋਂ ਚੱਲਦੇ ਫਿਰਦੇ ਐ, ਘਰ ਨੂੰ ਜਾਂਦੇ ਆ ਗੁਰੂ ਅਰਜਨ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਸ਼ਾਲੋ ਜੀ, ਭਾਈ ਇਉਂ ਜਿਹੜੇ ਐ ਸਤਿਗੁਰੂ ਜੀ ਦੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਰ ਵੇਲੇ ਕੋਲ ਰਹਿੰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲਦੇ ਫਿਰਦੇ ਆ, ਭਾਈ ਬਹਿਲੋ ਜੀ ਵਰਗੇ ਹਰ ਵੇਲੇ ਬ੍ਰਹਮ ਗਿਆਨੀ ਸਿੱਖ ਘੇਰਾ ਹੀ ਘੱਤੀ ਰੱਖਦੇ ਆ ਮਹਾਰਾਜ ਦੇ ਕੋਲ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਆਪ ਇਹੋ ਜਿਹੇ ਗੁਰਸਿੱਖਾਂ ਦੇ ਕੋਲ ਹਰ ਵੇਲੇ ਗਰੀਬ ਨਵਾਜ਼ ਜੀ ਵਸਦੇ ਐ। ਤੇ ਸਤਿਗੁਰੂ ਜੀ ਸਾਨੂੰ ਜਾਚ ਦੱਸਦੇ ਐ ਕਿ ਜੇ ਭਾਈ ਨਿਹਾਲ ਹੋਣਾ, ਗੁਰ ਮੰਤਰ ਦੀ ਦਾਤ ਲੈਣੀ ਹੈ, ਤੇ ਫਿਰ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ, ਮਹਾਰਾਜ ਸਾਨੂੰ ਆਪਣੇ ਸਾਧੂਆਂ ਦੀ ਸੰਗਤ ਵਿੱਚ ਮਹਾਰਾਜ ਨਿਵਾਸ ਬਖਸ਼ ਦਿਓ, ਪ੍ਰੀਤ ਵਾਲੇ ਗੁਰਸਿੱਖਾਂ ਦੀ ਸੰਗਤ ਕਰਨ ਦਾ ਮਹਾਰਾਜ ਸੁਭਾਗ ਬਖਸ਼ ਦਿਓ। ਉਹਨਾਂ ਕੋਲ ਇੱਕ ਘੜੀ ਖਲੋ ਕੇ ਵੀ ਦਰਸ਼ਨ ਕੀਤੇ ਸਮਾਂ ਸਫਲਾ ਹੋ ਜਾਂਦਾ ਹੈ, ਨਿਹਾਲ ਹੋ ਜਾਈਦਾ ਹੈ। ਸਰਬ ਸੁਖ ਨਾਨਕ ਪ੍ਰਗਾਸ। ਮਹਾਰਾਜ ਕਹਿੰਦੇ ਫਿਰ ਸਾਰੇ ਸੁੱਖ ਮਿਲ ਜਾਂਦੇ ਆ ਤੇ ਅੰਦਰ ਨਾਮ ਦਾ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਰੇ ਭੇਦ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹੋ ਜਿਹਾ ਅਸਚਰਜ ਖੇਡ ਵਰਤਦੀ ਹੈ ਕਿ ਸਾਰੇ ਭੇਦ ਖੁੱਲ ਜਾਂਦੇ ਆ। ਸਰਬ ਸੁਖ ਨਾਨਕ ਪ੍ਰਗਾਸ਼। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰੇ ਸੁੱਖ ਅਤੇ ਨਾਮ ਦਾ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ। ਇਹ 20ਵੀਂ ਅਸ਼ਟਪਦੀ ਸਾਧ ਸੰਗਤ ਜੀ ਸੰਪੂਰਨ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਕੱਲ ਨੂੰ ਅੱਗੇ 21ਵੀਂ ਅਸ਼ਟਪਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ, ਪਿਆਰ ਸਹਿਤ ਸਰਵਣ ਕਰਾਂਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਾਧ ਸੰਗ ਪ੍ਰਭ ਦੇਹੋ ਨਿਵਾਸ। ਸਰਬ ਸੁਖ ਨਾਨਕ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਆਗਨਾ।